का कोई सवाल, तीन सबरवाल। Your search ends here. वाई मीडिया ग्रुप ਨੂੰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਟ ਵਾਈ ਮੀਡੀਆ ਮੈਂ ਯੂਜ਼ਰ ਜਸਵਾਲ ਤੁਹਾਡੀ ਖidmat 'ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ और ਉਹਦੇ ਉੱਤੇ ਐਨਾਲਿਸਿਸ ਲੈ ਕੇ। सरा जी कैसी हैं आप, हाउ आर यू? ऑल गुड रिद्विज जी, आप कैसे हैं? मैं बिल्कुल ठीक हूँ जी। एक बार फिर हाजिर है रेडियो वाई FM ਦੇ ਉੱਤੇ ਲੈ ਕੇ ਔਰ ਤੁਹਾਡੀ ਖidmat ਦੇ ਵਿੱਚ ਅਸੀਂ ਹਾਜ਼ਰ ਹਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ। ਐਕਚੁਅਲੀ 11:57 3 ਮਿੰਟ ਘੱਟ ਅਸੀਂ AM 770 ਤੇ ਹੁੰਨੇ ਆ और 24 घंटे 7 दिन रेडियो वाई तुसी सुन सकते हैगे हो। रेडियो वाई सुनने के तरीके सरा जी पहले जरूर बता दें सारे। बिल्कुल रिद्विज जी, रेडियो वाई आप काफी सारे तरीके से सुन सकते हैं। फर्स्ट ऑफ ऑल रेडियो वाई का लिस्टिंग नंबर अपने पास हमेशा रखिएगा 6479105000। दैट इज 6479105000। इस पे कॉल लगाइए एंड रेडियो वाई के साथ कनेक्टेड रहिए 24/7। इसके अलावा वाई मीडिया टीवी ऐप, वन ऑफ द बेस्ट तरीका मैं आपको बताती हूँ। वाई मीडिया टीवी ऐप को डाउनलोड कर लीजिए, जो आवाज आती है एकदम क्लियर आती है। आप ड्राइव करते टाइम कनेक्ट कर लीजिए अपने सिस्टम के साथ, फोन को ब्लूटूथ के साथ या फिर USB के साथ ऐप ऑन कर लीजिए एंड सुनते रहिए रेडियो वाई 24/7 वाई मीडिया टीवी ऐप के थ्रू। इसके अलावा हमारी वेबसाइट यानी southasiandaily.com पे, वहां पे लोकल नेशनल इंटरनेशनल न्यूज डिटेल में तो आप रीड करते ही करते हैं। इसके अलावा southasiandaily.com पे जाके रेडियो वाई का जो आइकॉन है ऑन द टॉप राइट कॉर्नर, आप उसे क्लिक कर लीजिए। द लिंक इज एक्टिव। उस लिंक के थ्रू भी आप सुन सकते हैं रेडियो वाई को 24/7 24 घंटे 7 दिन। जी इधवीर जी, बहुत शुक्रिया जी। इस तो इलावा ਅਸੀਂ ਦੱਸ ਦਈਏ ਕਿ ਸਾਡੀ ਜਿਹੜੀ ਕਵਰੇਜ ਹੈ ਐਸ ਫਾਰ ਐਜ਼ ਸਪੋਰਟਸ ਇਜ਼ ਕੰਸਰਨਡ ਵਾਈ ਮੀਡੀਆ ਬਿਗ ਸ਼ਾਟ, ਉਹ ਤੁਸੀਂ ਤਿਆਰੀ ਕਰ ਲਓ। ਇਸ ਵਾਰ ਤੁਸੀਂ ਵੀ ਖੇਲਣਾ ਹੈ IPL। ਕਿੱਦਾਂ ਖੇਲਣਾ ਤੁਸੀਂ IPL, ਕਿੱਦਾਂ ਤੁਸੀਂ ਵਰਲਡ ਕੱਪ ਖੇਲਣਾ, ਉਹਦੇ 'ਚ ਕੀ ਹੋਏਗਾ, ਉਹਦੀ ਸਾਰੀ ਜਾਣਕਾਰੀ ਵਾਈ ਮੀਡੀਆ ਬਿਗ ਸ਼ਾਟ। ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਮੈਂ ਜ਼ਰੂਰ ਜ਼ਿਕਰ ਕਰ ਦਵਾਂ। ਮੈਂ ਪਹਿਲਾਂ ਸਵਾਗਤ ਵੀ ਕਰ ਲਵਾਂ। ਪੰਕਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਰਮ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ, ਬਹੁਤ ਵਧੀਆ ਜੀ ਤੇ ਮੇਰੀ ਤਰਫੋਂ ਸਭ ਨੂੰ ਗੁੱਡ ਆਫਟਰਨੂਨ ਜੀ। ਗੁੱਡ ਆਫਟਰਨੂਨ ਸਰ। ਨਾਲ ਹੀ ਸਵਾਗਤ ਕਰਦੇ ਹਾਂ PK ਜੀ ਦਾ। PK ਜੀ ਵਾਰਮ ਵੈਲਕਮ ਸਰ, ਵੈਲਕਮ ਬੈਕ ਵਨਸ ਅਗੇਨ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਜੀ। ਔਰ PK ਜੀ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਅਸੀਂ ਦੱਸ ਦਈਏ ਵਾਈ ਮੀਡੀਆ ਬਿਗ ਸ਼ਾਟ ਸਪੋਰਟਸ ਦੀ ਬੜੀ ਜ਼ਬਰਦਸਤ ਕਵਰੇਜ ਸਾਡੀ 15 ਮਾਰਚ ਤੋਂ ਸ਼ੁਰੂ ਹੋ ਜਾਣੀ ਹੈ। ਕਵਰੇਜ ਵੈਸੇ ਤੇ ਅਸੀਂ ਆਲਰੇਡੀ ਕਵਰ ਕਰ ਹੀ ਰਹੇ ਹਾਂ ਸਪੋਰਟਸ ਸਾਰਾ ਸਾਲ, ਲੇਕਿਨ 15 ਮਾਰਚ ਤੋਂ ਅਸੀਂ ਟੌਪ ਗੀਅਰ 'ਚ ਹੋ ਜਾਣਾ ਹੈ। ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਇਹ ਜਿਹੜੇ ਮਹੀਨੇ ਨੇ ਬਹੁਤ ਟੌਪ ਗੀਅਰ 'ਚ ਸਪੋਰਟਸ ਦੀ ਕਵਰੇਜ ਹੋਣੀ ਹੈ। ਕਾਰਨ ਹੈ ਕਿ 4 ਬੜੇ ਸਪੋਰਟਿੰਗ ਈਵੈਂਟ ਜਿਹੜੇ ਹੋਣ ਜਾ ਰਹੇ ਨੇ। ਵੈਸੇ ਬਹੁਤ ਰੇਅਰ ਹੁੰਦਾ ਹੈ ਕਿ 4 ਬੜੇ ਸਪੋਰਟਸ ਦੇ ਈਵੈਂਟ ਇਕੱਠੇ ਹੀ ਹੋਣ। ਸੋ IPL ਸ਼ੁਰੂ ਹੋ ਰਿਹਾ 22 ਤਰੀਕ ਨੂੰ, 22 ਮਾਰਚ ਤੋਂ IPL ਸਟਾਰਟ ਹੋ ਰਿਹਾ, ਜਿਹਦੀ ਕਵਰੇਜ 15 ਤਰੀਕ ਤੋਂ ਸਟਾਰਟ ਹੋ ਜਾਣੀ ਹੈ। ਇਸ ਤੋਂ ਇਲਾਵਾ IPL ਜਿੱਦਾਂ ਹੀ ਖਤਮ ਹੋਏਗਾ ਉਦਾਂ ਹੀ ਕ੍ਰਿਕਟ ਵਰਲਡ ਕੱਪ T20 ਵਰਲਡ ਕੱਪ ਸ਼ੁਰੂ ਹੋ ਜਾਣਾ ਹੈ। ਉਹਦੇ ਨਾਲ ਹੀ ਅਸੀਂ ਸਾਰੇ ਜਾਣਦੇ ਹਾਂ ਕਿ ਸੌਕਰ ਯੂਰੋ ਕੱਪ ਸ਼ੁਰੂ ਹੋ ਜਾਣਾ ਹੈ ਔਰ ਓਲੰਪਿਕਸ। ਸੋ 4 ਬੜੀ ਸਪੋਰਟਿੰਗ ਈਵੈਂਟ, ਉਹ ਵੀ ਇੰਨੇ ਛੋਟੀ ਡਿਊਰੇਸ਼ਨ ਦੇ ਵਿੱਚ ਬੈਕ ਟੂ ਬੈਕ ਜਿਹੜੀ ਹੈ ਉਹ ਚੱਲਣਾ ਹੈ। ਸੋ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਜਿਹੜੇ ਮੇਨ ਸਪਾਂਸਰਸ ਨੇ ਉਹਨਾਂ ਦਾ। ਔਰ IPL ਦੇ ਸਾਡੇ ਇੱਕ ਟਾਈਟਲ ਸਪਾਂਸਰ ਜੋ ਮੈਂ ਅਗਲੇ ਹਫਤੇ ਅਨਾਊਂਸ ਕਰਾਂਗਾ, ਉਹ ਬਹੁਤ ਬੜੇ ਟਾਈਟਲ ਸਪਾਂਸਰ ਆ ਰਹੇ ਨੇ ਜਿਹੜੇ ਕਿ ਸਾਰਾ IPL ਉਹਨਾਂ ਨੇ ਟੇਕ ਓਵਰ ਕਰ ਲੈਣਾ ਹੈਗਾ। ਉਹ ਮੈਂ ਅਗਲੇ ਹਫਤੇ ਵਾਚ ਪਾਰਟੀਜ਼ ਹੋਣਗੀਆਂ। PK ਜੀ, ਪੰਕਜ ਜੀ, ਅਸੀਂ ਸਾਰੇ ਬੈਠ ਕੇ ਇਕੱਠੇ ਇੰਜੋਏ ਕਰਾਂਗੇ। ਵਿਲ ਬੀ ਵੈਰੀ ਗੁੱਡ ਪ੍ਰੋਗਰਾਮਿੰਗ। ਔਰ ਇਸ ਵਾਰ ਤਿਆਰੀ ਕਰ ਲਓ ਜੀ, ਤੁਸੀਂ ਵੀ IPL ਖੇਲਣਾ ਹੈ, ਸਾਰੇ ਲਿਸਨਰਸ ਨੇ ਵੀ ਖੇਲਣਾ ਹੈ। ਕਿੱਦਾਂ ਖੇਲਣਾ ਹੈ ਇਹਦੀ ਅਨਾਊਂਸਮੈਂਟ ਮੈਂ ਮੰਡੇ ਨੂੰ ਕਰਾਂਗਾ। ਤੁਸੀਂ ਵੀ ਨਾਲ ਨਾਲ IPL ਉੱਧਰ ਚੱਲੇਗਾ, ਖੇਲੋਗੇ ਤੁਸੀਂ ਵੀ ਨਾਲ ਨਾਲ। ਕਿੱਦਾਂ ਖੇਲੋਗੇ, ਇਨਾਮ ਬੜੇ ਸਾਰੇ ਦਿੱਤੇ ਜਾਣਗੇ, ਉਹ ਕੀ ਹੋਏਗਾ, ਉਹ ਸਾਰੀ ਅਨਾਊਂਸਮੈਂਟ ਮੰਡੇ ਨੂੰ ਅਸੀਂ ਕਰਾਂਗੇ। ਸੋ ਉਹਦੀ ਡਿਟੇਲਸ ਜਿਹੜੀਆਂ ਨੇ ਮੰਡੇ ਤੱਕ ਇੰਤਜ਼ਾਰ ਕਰੋ ਔਰ ਤਿਆਰੀਆਂ ਕਰ ਲਓ। IPL ਦਾ ਜ਼ਬਰਦਸਤ ਕਵਰੇਜ ਹੋਏਗੀ। ਯੂ ਵਿਲ ਆਲ ਬੀ ਥੋਰੋਲੀ ਐਂਟਰਟੇਨਡ ਵਿਦ ਵਾਚ ਪਾਰਟੀਜ਼ ਜਿਹੜੀਆਂ ਕਿ ਇਸ ਵਾਰ, ਔਰ ਮੈਂ ਤੁਹਾਨੂੰ ਐਲਾਨ ਕਰ ਹੀ ਚੁੱਕਾ ਹੈ, ਸਾਡੀ ਇੱਕ ਵਾਚ ਪਾਰਟੀ ਜਿਹੜੀ ਹੈ ਉਹ ਅਸੀਂ ਕ੍ਰਿਕਟ ਵਰਲਡ ਕੱਪ ਜਾਂ ਯੂਰੋ ਕੱਪ ਦੇ ਦਰਮਿਆਨ, ਸਾਡੇ ਇੱਕ ਕਿਊਬੈਕ ਦੇ ਇੱਕ ਬੜੇ ਸਪਾਂਸਰ ਆ ਰਹੇ ਨੇ ਜਿਹੜੇ ਯੂਰੋ ਕੱਪ ਵੀ ਸਾਡਾ ਕਰਨਗੇ ਔਰ ਮੌਂਟਰੀਅਲ 'ਚ ਹੋਏਗੀ ਇੱਕ ਵੱਡੀ ਪਾਰਟੀ, ਉਹ ਸਾਡੇ ਉੱਥੇ ਸਪਾਂਸਰ ਹੋਣਗੇ। ਔਰ ਇੱਕ ਅਸੀਂ ਕੈਲਗਰੀ ਐਡਮਿੰਟਨ ਅਜੇ ਜਗ੍ਹਾ ਨਹੀਂ ਪਿਕ ਕੀਤੀ ਸਾਡੇ ਇੱਕ ਸਪਾਂਸਰ ਦੇ ਮੁਤਾਬਿਕ, ਉਸ ਜਗ੍ਹਾ ਉੱਥੇ ਵੀ ਵਾਚ ਪਾਰਟੀ ਹੋਗੀ। ਟੋਰੰਟੋ ਦੇ ਵਿੱਚ ਤੇ ਹੋਣਗੀਆਂ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਆ ਵਾਚ ਪਾਰਟੀਜ਼ ਪਹਿਲਾਂ ਵੀ, ਤੋਂ ਟੋਰੰਟੋ ਦੇ ਵਿੱਚ ਵੀ ਹੋਣਗੀਆਂ। ਸੋ ਤਿਆਰੀ ਕਰ ਲਓ ਜ਼ਬਰਦਸਤ ਵਾਈ ਮੀਡੀਆ ਬਿਗ ਸ਼ਾਟ। ਸੋ ਚਾਹੇ ਪੋਲੀਟੀਕਲ ਕਵਰੇਜ ਹੈ, ਚਾਹੇ ਲਾਈਫ ਸਟਾਈਲ ਦੇ ਬਾਰੇ ਕਵਰੇਜ ਹੈ, ਤੇ ਚਾਹੇ ਫਿਰ ਸਪੋਰਟਸ ਦੀ ਹੈ। ਸਾਡੀ ਕੋਸ਼ਿਸ਼ ਹੈ ਕਿ ਕਾਫੀ ਸਾਰੀਆਂ ਨਵੀਆਂ ਚੀਜ਼ਾਂ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਇਸ ਸਾਲ ਵਾਈ ਮੀਡੀਆ ਦੇ ਉੱਤੇ ਜੀ। ਔਰ ਇਸ ਮੌਕੇ ਦੇ ਉੱਤੇ ਪਹਿਲਾਂ ਓਪਨਿੰਗ ਸਟੇਟਮੈਂਟ ਸੁਣ ਲੈਣੇ। ਕਾਲਰ ਨੂੰ ਰਿਕੁਐਸਟ ਅਗਰੀ ਜੀ ਤੁਸੀਂ ਫੋਨ ਮਿਊਟ ਕਰ ਲਓ, ਸਾਰੇ ਮਿਊਟ ਕਰ ਲੈਣ। ਪਹਿਲਾਂ ਓਪਨਿੰਗ ਸਟੇਟਮੈਂਟ ਸੁਣ ਲਈਏ, ਜਰਾ ਇੱਕ ਮਿੰਟ ਲਗਾ ਲਈਏ ਔਰ ਫਿਰ ਕਾਲਸ ਲਵਾਂਗੇ ਲਗਾਤਾਰ ਜੀ। PK ਜੀ ਓਪਨਿੰਗ ਸਟੇਟਮੈਂਟ ਜੀ। ਥੈਂਕ ਯੂ ਵੈਰੀ ਮਚ ਜੀਵੀਰ ਜੀ। ਤੇ ਰੀਸੇਲ ਹੋਮ ਫਰਵਰੀ ਦੇ ਅੰਦਰ ਫਿਰ ਡਿਪ ਕਰ ਗਈ ਹੈ और दिसंबर और जनवरी में जिस तरह बढ़ रही थी वो फिर थले आ गई है इस वक्त फरवरी के अंदर। और बहुत सारे इकोनॉमिस्ट स्पेशली जी RBC की रिपोर्ट आई है उन्होंने मनना है कि भी ए रिकवरी विल नॉट टेक शेप until interest rates fall more meaningfully।
ਵੈਰੀ ਗੁੱਡ, ਬਿਲਕੁਲ ਠੀਕ ਹੈ ਗੱਲ ਹੈਗੀ। ਔਰ ਜਿਹਦੀ ਉਮੀਦ ਉਹ ਕਰ ਰਹੇ ਨੇ ਕਿ ਸੈਕਿੰਡ ਹਾਫ ਆਫ 2024 ਦੇ ਅੰਦਰ ਇੰਟਰਸਟ ਰੇਟ ਮੀਨਿੰਗਫੁਲ ਥੱਲੇ ਆਉਣਾ ਸ਼ੁਰੂ ਹੋ ਜਾਏਗਾ। ਲੇਕਿਨ ਦੂਜੇ ਪਾਸੇ ਤੁਹਾਡੇ CIBC ਦੇ ਬੈਂਜਾਮਿਨ ਟਾਲ ਸਾਹਿਬ ਰੀਇਨਫੋਰਸ ਕਰ ਰਹੇ ਨੇ ਆਪਣੀ ਇਸ ਗੱਲ ਨੂੰ ਕਿ ਚਾਹੇ ਇਹਨਾਂ ਨੇ ਮਾਰਚ ਦੇ ਅੰਦਰ ਜਿਹੜਾ ਕਮੈਂਟ ਦਿੱਤੇ ਸੀਗੇ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਨੇ, ਕਮੈਂਟ ਇਹਨਾਂ ਦੇ ਇੰਨੇ ਐਨਕਰੇਜਿੰਗ ਨਹੀਂ ਸੀਗੇ, ਸਟਿਲ ਹੀ ਸੇਜ਼ ਦੈਟ ਹੀ ਇਜ਼ ਵੈਰੀ ਪੋਜ਼ਿਟਿਵ ਕਿ ਜੂਨ 5 ਨੂੰ ਇੰਟਰਸਟ ਰੇਟ ਪਹਿਲਾਂ ਥੱਲੇ ਆਏਗਾ, ਉਹਨਾਂ ਦਾ ਮੰਨਣਾ ਹੈਗਾ ਜੀ। ਠੀਕ ਹੈ ਜੀ। ਔਰ ਪੰਕਜ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਵੈਰੀ ਮਚ ਵੀਰ ਜੀ। ਤੇ ਬੇਸਿਕਲੀ ਅਗਰ ਇਕੋਨਮੀ ਸਾਈਡ ਤੇ ਦੇਖਿਆ ਜਾਵੇ ਤਾਂ ਸਾਡੀ ਆਪਦੀ ਜੌਬ ਰਿਪੋਰਟ ਆਈ ਹੈ, 41,000 ਜੌਬ ਕ੍ਰੀਏਟ ਕੀਤੀਆਂ ਅਸੀਂ, ਜਿਹੜੀਆਂ ਕਿ ਡਬਲ ਸੀਗੀਆਂ ਐਕਸਪੈਕਟਡ ਤੋਂ। US ਇਨਫਲੇਸ਼ਨ ਜਿਹੜੀ ਹੈ 3.1 3.2 ਦੇ ਕਰੀਬ ਹਵਰ ਕਰ ਰਹੀ ਹੈ, ਵਿਚ ਇਜ਼ ਹਾਇਰ ਜਿਹਨੂੰ ਅਸੀਂ ਕਹਿ ਸਕਦੇ ਹਾਂ। ਔਰ ਬਾਕੀ ਜਗ੍ਹਾ ਤੇ ਅਗਰ ਸਟਾਕ ਮਾਰਕੀਟ ਦੀ ਗੱਲ ਕਰਾਂ ਤਾਂ ਸਟਾਕ ਮਾਰਕੀਟ ਮੇਰੇ ਖਿਆਲ ਜਿਨ੍ਹਾਂ ਨੇ ਵੀ ਇਨਵੈਸਟ ਕੀਤਾ ਹੋਇਆ ਹੈ, ਪਿਛਲਾ ਸਾਲ ਵੀ ਉਹਨਾਂ ਨੇ ਦੇਖ ਲਿਆ ਹੋਵੇਗਾ ਤੇ ਇਸ ਸਾਲ ਵੀ ਉਹਨਾਂ ਨੇ ਦੇਖ ਲਿਆ ਹੋਵੇਗਾ ਜਿਸ ਤਰ੍ਹਾਂ ਇਹ ਗਰੋ ਕੀਤਾ ਹੈ, ਮਤਲਬ ਅਨਇਮੈਜਿਨੇਬਲ ਜਿਹੜੀ ਅਸੀਂ ਗੱਲ ਕਰ ਸਕਦੇ ਹਾਂ। ਇਹ ਨਹੀਂ ਹੈ ਕਿ ਇੱਕ ਕੰਪਨੀ, ਸਾਰੀਆਂ ਕੰਪਨੀਆਂ ਜਿਵੇਂ ਅਗਰ, ਔਰ ਵੈਸੇ ਵੀ ਅਗਰ ਤੁਸੀਂ ਈਅਰ ਟੂ ਡੇਟ ਵੀ ਦੇਖ ਲਓ, ਮਤਲਬ 1 ਜਨਵਰੀ ਤੋਂ ਲੈ ਕੇ ਹੁਣ ਤੱਕ, ਅੱਜ ਦੀ ਡੇਟ 12 ਮਾਰਚ, ਚਲੋ ਕੱਲ ਦੀ ਡੇਟ ਤੱਕ, 1 ਜਨਵਰੀ ਤੋਂ 12 ਮਾਰਚ ਦੇ ਅੰਦਰ ਅਗਰ ਦੇਖਿਆ ਜਾਵੇ ਤਾਂ ਐਵਰੇਜ 2-3 ਮਹੀਨਿਆਂ 'ਚ 5% ਲੋਕ ਕਮਾ ਚੁੱਕੇ ਨੇ। ਪਿਛਲੇ 1 ਸਾਲ 'ਚ ਲਗਭਗ ਜਿਹੜੇ ਅਗਰੈਸਿਵ ਗਏ ਸੀਗੇ ਯੁਧਵੀਰ ਜੀ, ਉਹਨਾਂ ਦੀ ਜਿਹੜੀ ਰਿਟਰਨ ਹੈ ਉਹ 20, 22, 25%, 29%, 30% ਵੀ ਹੈਗੀ। ਮਤਲਬ 1 ਸਾਲ 'ਚ ਇੰਨਾ ਕਮਾਣਾ ਬਹੁਤ ਜ਼ਬਰਦਸਤ ਜਾ ਰਿਹਾ ਹੈ। ਔਰ ਮੇਰੇ ਖਿਆਲ ਅੱਜ ਕੱਲ੍ਹ ਜਿਹੜੇ ਵੀ ਲੋਕ ਇਹਦੇ ਥੋੜ੍ਹਾ ਜਿਹਾ ਵੀ ਇੰਟਰਸਟ ਰੱਖਦੇ ਨੇ, ਉਹ ਐਨਵੀਡੀਆ ਦਾ ਤਮਾਸ਼ਾ ਹੀ ਵੇਖ ਲਿਆ ਸਭ ਨੇ। ਐਨਵੀਡੀਆ ਕਿਤੇ $200, $250, $300 ਦਾ ਸ਼ੇਅਰ ਸਾਲ ਪਹਿਲਾਂ, ਔਰ ਅੱਜ ਅਸੀਂ ਉਹਨੂੰ $900 ਦੇ ਕਰੀਬ ਦੇਖ ਰਹੇ ਹਾਂ। ਔਰ ਇਸ ਤਰ੍ਹਾਂ ਉਹਨੇ ਗਰੋ ਕੀਤਾ ਹੈ ਕਿਉਂਕਿ ਚਿਪ ਸ਼ੋਰਟੇਜ ਪਹਿਲਾਂ ਬਹੁਤ ਚੱਲੀ ਹੈ, ਸਭ ਨੂੰ ਪਤਾ ਹੈ, ਬਹੁਤ ਜ਼ਿਆਦਾ ਚਿਪਸ ਦੀ ਪ੍ਰੋਬਲਮ ਆਈਆਂ ਸੀਗੀਆਂ। ਹੁਣ ਉਹਨਾਂ ਨੇ ਜਿਹੜੀਆਂ ਪੂਰਾ ਕਰਕੇ ਬਲਕਿ ਆਰਡਰ ਵੀ ਪੂਰੇ ਕੀਤੇ ਨੇ, ਔਰ ਆਉਣ ਵਾਲਾ ਪਾਈਪਲਾਈਨ ਵੀ ਜਿਹੜਾ ਉਹਨਾਂ ਦਾ ਹੈ, ਔਰ ਵੀ ਬਿਕੋਜ਼ ਆਫ AI ਆਲਸੋ। ਅਗਰ ਤੁਸੀਂ ਮਾਈਕਰੋਸੌਫਟ ਨੂੰ ਲੈ ਲਓ, ਉਹਨਾਂ ਦਾ ਦੇ ਆਰ ਆਲਸੋ ਵੈਰੀ ਅਹੈਡ ਇਨ AI। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਪਈਆਂ ਨੇ ਆਉਣ ਵਾਲੇ ਟਾਈਮ, ਉਹ ਇੱਕ ਰੈਵੋਲੂਸ਼ਨ ਅਸੀਂ ਕਹਿ ਸਕਦੇ ਹਾਂ ਇਸ ਇੰਡਸਟਰੀ 'ਚ ਆਉਂਦਾ ਚਲਾ ਜਾ ਰਿਹਾ। ਮੈਂ ਜਿਤਨੀ ਜੀ ਮਜ਼ੇਦਾਰ ਗੱਲ ਪਤਾ ਕੀ ਹੈ, ਮੈਂ ਸੋਚਦਾ ਸੀਗਾ ਹੋਇਆ ਕਿ 2020 ਤੋਂ ਬਾਅਦ ਮੈਨੂੰ ਲੱਗਿਆ ਸੀਗਾ IT ਜਿਹੜਾ ਹੈ 1 ਸਾਲ 'ਚ 10 ਸਾਲ ਅਗਾ ਪਹੁੰਚ ਚੁੱਕਿਆ। ਹੁਣ ਇਹਦੇ 'ਚ ਥੋੜੀ ਜਿਹੀ ਰੁਕਾਵਟ ਆ ਸਕਦੀ ਹੈ। ਉਹ ਰੁਕਾਵਟ ਆਉਣ ਦੀ ਬਜਾਏ ਬਲਕਿ ਉਹਦੇ ਤੇ ਸਟੀਮ ਭਰ ਗਈ। ਉਹ ਐਨੀ ਤੇਜ਼ੀ ਨਾਲ ਦੇਖੋ AI 'ਚ ਇੰਨੀ ਜ਼ਬਰਦਸਤ ਡਿਵੈਲਪਮੈਂਟ ਹੁੰਦੀਆਂ ਜਾ ਰਹੀਆਂ ਨੇ, ਜਿਹੜੀਆਂ ਕਿ ਆਉਣ ਵਾਲੇ ਟਾਈਮ 'ਚ ਹੁਣ ਮੇਰੇ ਖਿਆਲ 'ਚ ਹੁਣ ਟੈਕ ਵੀ ਆਉਣ ਵਾਲੇ ਟਾਈਮ 'ਚ ਜਿਹੜਾ ਹੈ ਹੋਰ ਅਗਲੇ 4, 5, 6 ਸਾਲ ਜਿਹੜਾ ਹੈ ਹੋ ਸਕਦਾ 10 ਸਾਲ ਡੋਮੀਨੇਟ ਕਰਦਾ ਚਲਾ ਜਾਵੇ। ਲੇਕਿਨ ਉਹਦੇ ਸੈਟਬੈਕ ਹੋਣਗੇ, ਇਹ ਨਹੀਂ ਹੋ ਸਕਦਾ ਕਿ ਸੈਟਬੈਕ ਨਾ ਹੋਣ, ਕਿਉਂਕਿ ਅਗਰ ਤੁਸੀਂ ChatGPT ਨੂੰ ਦੇਖ ਲਓ, ਪਹਿਲੀ ਦੂਜੀ ਦੋਨੋਂ ਹੀ ਫੇਲ ਹੋ ਗਈਆਂ ਸੀਗੀਆਂ। ਇਹ ਤਾਂ ChatGPT ਜਦੋਂ 3rd ਆਈ ਹੈ, 3rd ਨੇ ਆ ਕੇ ਥਰਡ ਉਹਨਾਂ ਨੇ ਇੰਨੀ ਜ਼ਬਰਦਸਤ ਡਿਵੈਲਪ ਕੀਤੀ ਕਿ ਹਰ ਚੀਜ਼ ਨੂੰ ਉਹਨੇ ਫੇਲ ਕਰ ਦਿੱਤਾ, ਲੇਕਿਨ ਫਸਟ ਐਂਡ ਸੈਕਿੰਡ ਤਾਂ ਬਿਲਕੁਲ ਹੀ ਬੇਕਾਰ ਸੀ। ਸੋ ਡਿਵੈਲਪਮੈਂਟ ਹੁੰਦੀ ਚਲੀ ਜਾ ਰਹੀ ਹੈ, ਔਰ ਲੈਟਸ ਸੀ ਕੀ ਹੁੰਦਾ ਕੀ ਹੈ। ਬਟ ਯੈਸ ਇਸ ਵੇਲੇ ਟੈਕ ਬਹੁਤ ਹੈਵੀ ਹੈ। ਸਰ ਜੀ AI ਦੀ ਮੈਂ ਗੱਲ ਕਰਾਂ, AI ਤੋਂ ਇੰਨਾ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਤੁਹਾਡੀ ਆਵਾਜ਼ ਉੱਤੇ ਗੱਲ ਕਰ ਆਏਗੀ। ਮੈਂ ਤੇ ਆਪਣੇ ਸਾਰੇ ਪਰਿਵਾਰ ਨੂੰ ਬਿਠਾ ਕੇ ਕਹਿਤਾ ਹੈ, ਅਗਰ ਰੂਟੀਨ ਤੋਂ ਹਟ ਕੇ ਅਗਰ ਮੇਰੀ ਆਵਾਜ਼ ਨਾਲ ਕੋਈ ਪੁੱਛੇਗਾ ਨਾ ਤੇ ਇਹ ਕੋਡ ਨੰਬਰ ਪੁੱਛ ਲੈਣਾ ਉਹਦੇ ਕੋਲੋਂ, ਬਸ ਗੱਲ ਖਤਮ। ਇਹ ਕੋਡ ਨੰਬਰ ਹੈਗਾ ਜੀ, ਇਹ ਕੋਡ ਦੱਸੋ ਕੀ ਹੈ ਤੁਹਾਡਾ। ਇਹ ਵੀ ਆਪਣੇ ਘਰ ਦੇ ਅੰਦਰ ਹੋਣ ਵਾਲੀਆਂ ਕਹਾਣੀਆਂ ਸੁਣੂ ਕਿ ਵੀ ਰੂਟੀਨ ਦੇ ਅੰਦਰ ਗੱਲਾਂ ਤੇ ਰੋਜ਼ ਹੁੰਦੀਆਂ ਨੇ ਬੱਚਿਆਂ ਨਾਲ, ਵਾਈਫ ਨਾਲ, ਸਪਾਊਸ ਨਾਲ, ਲੇਕਿਨ ਕੋਈ ਡਿਫਰੈਂਟ ਹੀ ਕੋਈ ਅਗਰ ਅਚਾਨਕ ਮੇਰੀ ਆਵਾਜ਼ ਉੱਤੇ ਗੱਲ ਆਏ ਤੇ ਇਹ ਕੋਡ ਪੁੱਛਣਾ ਵੀ ਆਪਣਾ ਕੋਡ ਨੰਬਰ ਦੱਸੋ ਜੀ, ਕੀ ਹੈਗਾ ਜੀ। ਠੀਕ ਹੈ और डर वाली गल होगी, ये वाली गल है ना, बड़ी डेंजरस जी लगती है। और मैं इत्थे जरूर जिक्र करदे हां कि सरा जी कह रहे ने ਅਸੀਂ स्पोर्ट्स ਦੀ ਗੱਲ ਕਰ ਰਹੇ ਸੀ, वी वांट टू सी यू आल्सो प्लेइंग। सो सरा जी इस बार कोई ਆਪਣਾ ਇੱਕ ਵਾਈ ਮੀਡੀਆ ਸਪੋਰਟਸ ਤੇ ਰੱਖਾਂਗੇ ਸਮਰ ਦੇ ਵਿੱਚ, ਔਰ ਉਹਦੇ 'ਚ ਫਿਰ ਜ਼ਰੂਰ ਆਪਾਂ ਸਾਰਿਆਂ ਨੂੰ ਇਨਵਾਈਟ ਕਰਾਂਗੇ, ਤੁਸੀਂ ਆ ਕੇ ਸਾਨੂੰ ਜੁਆਇਨ ਕਰੋ। ਆ ਕੇ ਜੇ ਸਿਰਫ ਖਾਣਾ ਵਗੈਰਾ ਖਾਣਾ ਹੈ ਤੇ ਖਾਣਾ ਖਾਓ, ਇੰਜੋਏ ਕਰੋ, ਪਿਕਨਿਕ ਕਰੋ, ਸਪੋਰਟਸ ਦੇਖੋ, ਔਰ ਜੇ ਕਿਸੇ ਨੇ ਖੇਲਣਾ ਪਾਰਟੀਸਪੇਟ ਕਰਨਾ ਹੈ ਤਾਂ ਕੋਈ ਨਾ ਕੋਈ ਸਪੋਰਟਸ ਦਾ ਕੋਈ ਪ੍ਰੋਗਰਾਮ ਵੀ ਜ਼ਰੂਰ ਰੱਖਾਂਗੇ ਸਰਾ ਜੀ। ਦੈਨ ਯੂ ਕੈਨ ਸੀ ਅਸ ਆਲ ਪਲੇਇੰਗ। ਠੀਕ ਹੈ ਜੀ, ਤੁਸੀਂ ਕਿਹੜੀ ਗੇਮ खेलोगे? बैडमिंटन, सॉकर? मैं अपने कॉलेज टाइम के अंदर आई वाज टीम में
ਇੱਕ ਵਾਟਰ ਪੋਲੋ ਸੀਗਾ, ਇੱਕ ਮੈਂ ਸੌਕਰ ਸੀਗਾ, ਇੱਕ ਮੈਂ ਬੈਡਮਿੰਟਨ ਸਕੂਲ ਤੱਕ ਖੇਲਦਾ ਸੀ, ਉਸ ਬਾਅਦ ਬੈਡਮਿੰਟਨ ਬੰਦ ਕਰਤਾ ਸੀਗਾ ਜੀ। ਅੱਛਾ ਅੱਛਾ, ਚਲੋ ਉਹ ਵੀ ਸਾਰੇ ਕਾਲਜ SRCC ਦੇ ਅੰਦਰ ਸਵਿਮਿੰਗ ਪੂਲ ਸੀਗਾ ਤੇ ਉੱਥੇ ਮੈਂ ਟੀਮ ਵਿੱਚ ਸੀਗਾ। ਤੇ ਵੈਸੇ ਸੌਕਰ ਬਲਕਿ ਸਾਨੂੰ ਨੰਬਰ 1 ਫਸਟ ਦਾ ਅਵਾਰਡ ਵੀ ਮਿਲਿਆ ਸੀਗਾ। ਆਮ ਟਾਕਿੰਗ ਅਬਾਊਟ 69-70 ਦੀ ਗੱਲ ਕਰ ਰਹੇ ਹਾਂ ਜੀ। ਵਾਹ ਜੀ ਵਾਹ, ਕੀ ਬਾਤ ਹੈ। ਔਰ ਪੰਕਜ ਜੀ, ਤੁਸੀਂ ਕਿਹੜੀ ਸਪੋਰਟ ਖੇਲੋਗੇ? ਹੁਣ ਖੇਲਾਂਗਾ ਜਾਂ ਪਹਿਲਾਂ ਦੀ ਗੱਲ ਕਰ ਰਹੇ ਹੋ? ਪਹਿਲਾਂ ਵੀ ਔਰ ਹੁਣ ਵੀ, ਪਹਿਲਾਂ ਔਰ ਹੁਣ ਵੀ। ਨਹੀਂ, ਪਹਿਲਾਂ ਮੈਂ ਦੇਖੋ ਬੇਸਿਕਲੀ ਇੰਡੀਆ ਤੋਂ ਜਦੋਂ ਸੀਗੇ ਸਕੂਲ ਕ੍ਰਿਕਟ ਖੇਲਦੇ ਰਹਿੰਦੇ ਸੀਗੇ, ਸਵੇਰੇ ਚਲੇ ਗਏ, ਸ਼ਾਮੀ ਖੇਲ ਲਈ ਕ੍ਰਿਕਟ, ਇਹ ਸਾਰੀਆਂ ਚੀਜ਼ਾਂ ਚੱਲੀਆਂ ਨੇ। ਉਸ ਤੋਂ ਬਾਅਦ ਮੈਂ ਸਰ ਨੈਸ਼ਨਲ ਲੈਵਲ ਤੇ ਮੈਂ ਜਾ ਨਹੀਂ ਸਕਿਆ ਸੀਗਾ। ਮੈਂ ਜਿਹੜਾ ਸਟੇਟ ਲੈਵਲ ਹੁੰਦਾ ਉਹਦੇ 'ਚ ਮੈਂ ਕੈਰਮ ਖੇਲਿਆ, ਸੋ ਸਟੇਟ ਲੈਵਲ ਤੱਕ ਮੈਂ ਕੈਰਮ ਖੇਲਿਆ। ਉਸ ਤੋਂ ਬਾਅਦ ਹੁਣ ਮੈਂ ਆਪਦੇ ਸ਼ੌਕ ਵਾਸਤੇ ਜਦੋਂ ਜਿਮ ਜਾਂਦਾ ਜਾਂ ਮੈਂ ਸਕੁਐਸ਼ ਖੇਲਦਾ ਸੀ, ਸੋ ਸਕੁਐਸ਼ ਇਜ਼ ਮਾਈ ਗੇਮ ਨਾਓ। ਵਾਓ, ਵੈਰੀ ਨਾਈਸ, ਵੈਰੀ ਨਾਈਸ। ਚਲੋ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ, ਪਲਾਨ ਕਰਕੇ ਦੱਸਾਂਗੇ, ਵਾਈ ਮੀਡੀਆ ਸਪੋਰਟਸ ਤੇ ਕਰਾਂਗੇ ਔਰ ਉਹਦੇ ਵਿੱਚ ਫਿਰ ਤੁਹਾਨੂੰ ਵੀ ਸਾਰਿਆਂ ਨੂੰ ਇਨਵਾਈਟ ਕਰਾਂਗੇ। ਕਾਲਰਸ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੀ ਕਾਲਸ ਵੀ ਲੈਂਦੇ ਚਲੇ ਜਾਏ। ਹਾਂਜੀ ਪ੍ਰਭਦੀਪ ਸਾਹਿਬ, ਤੁਸੀਂ ਆਉਂਦੇ ਰਹੋ। ਪ੍ਰਭਦੀਪ ਸਾਹਿਬ, ਫਿਰ ਗਰੀਸ਼ ਜੀ, ਵਾਰੀ ਸਾਰੀਆਂ ਕਾਲਸ ਇਸੇ ਤਰ੍ਹਾਂ ਲਵਾਂਗੇ। ਪ੍ਰਭਦੀਪ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਸਰ ਜੀ, ਲੌਂਗ ਟਾਈਮ ਨੋ ਸੀ, ਪੈਰੀ ਪੈਂਦੇ ਆ ਜੀ। ਥੈਂਕ ਯੂ ਸਰ, ਗੋਡ ਬਲੈਸ ਯੂ। ਬਾਕੀ ਬੜੀ ਦੇਰ ਬਾਅਦ ਤੁਸੀਂ ਕਾਲ ਕੀਤੀ ਹੈ, ਕਿੱਧਰ ਰਹਿ ਗਏ ਹੋ ਤੁਸੀਂ? ਬਸ ਸਰ ਇੰਡੀਆ ਗਏ ਸੀ, ਕੁਛ ਬਿਜ਼ੀ ਸੀਗੇ। ਅੱਛਾ। ਅੱਜ ਪ੍ਰੋਗਰਾਮ, ਅੱਜ ਥੋੜਾ ਮੌਕਾ ਮਿਲਿਆ ਸੀ, ਮੈਂ ਕਿਹਾ ਦੇਖੀਏ ਸੁਣੀਏ ਪ੍ਰੋਗਰਾਮ ਸਰ ਦਾ, ਵਾਵਾ ਟਾਈਮ ਹੋ ਗਿਆ, ਮਿਸ ਕਰਦੇ ਸੀਗੇ। ਅੱਛਾ, ਇੰਡੀਆ ਚਲੋ ਵਧੀਆ ਰਿਹਾ ਤੁਹਾਡਾ? ਹਾਂਜੀ ਸਭ ਵਧੀਆ। ਬਾਕੀ ਸਰ ਮੈਂ ਅੱਜ ਜਿਵੇਂ ਆਪਣਾ ਪ੍ਰੋਗਰਾਮ ਸੁਣ ਰਿਹਾ ਸੀਗਾ, ਉਹਦੇ 'ਚ ਥੋੜੀ ਜਿਹੀ ਪੋਲੀਟਿਕਸ ਦੀ ਵੀ ਗੱਲ ਆਈ, ਤੇ ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਕਿ ਟਰੂਡੋ ਸਾਹਿਬ ਨੂੰ ਸਰ ਕੀ ਹੋ ਗਿਆ ਵਾ ਕਿ ਲਾਈਕ ਉਹ ਆਪਣਾ ਇੱਧਰ ਦਾ ਪੈਸਾ ਇਕੱਠਾ ਕਰਕੇ ਸਾਰਾ ਬਾਹਰ ਵੰਡੀ ਜਾਂਦੇ ਆ। ਲਾਈਕ ਜੇ ਕੋਈ ਉਹਨਾਂ ਦੇ ਖਿਲਾਫ ਪਾਰਲੀਮੈਂਟ 'ਚ ਕੋਈ ਗੱਲ ਕਹਿੰਦਾ ਤੇ ਉਹ ਇੱਕੋ ਹੀ ਗੱਲ ਦੀ ਰੱਟ ਲਾਈ, ਉਹ ਜਿਹੜਾ $200-250 ਦੇ ਦਿੰਦੇ ਉਹ ਸਾਲ 'ਚ ਇੱਕ ਅੱਧੀ ਵਾਰ, ਬਸ ਉਹੀ ਗਿਣਾਉਂਦੇ ਰਹਿੰਦੇ ਆ, ਉਹਦੇ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਆਉਂਦੀ ਉਹਨਾਂ ਨੂੰ। ਇਹ ਚੱਕਰ ਕੀ ਪਿਆ? ਚੱਕਰ ਪੁੱਛਦੇ ਆ ਜੀ, ਦੋ ਸਾਡੇ ਐਕਸਪਰਟ ਨੇ, ਪੀਕੇ ਜੀ ਔਰ ਪੰਕਜ ਜੀ। ਤੁਹਾਡੇ ਦੋਨਾਂ ਤੋਂ ਪੁੱਛਣਾ ਚਾਹਾਂਗਾ, ਬਿਜ਼ਨਸ ਕਮਿਊਨਿਟੀ ਔਰ ਆਮ ਕੈਨੇਡੀਅਨ ਕੀ ਸੋਚਦੇ ਨੇ? ਕਿਉਂਕਿ ਬਿਜ਼ਨਸ ਕਮਿਊਨਿਟੀ ਔਰ ਆਮ ਕੈਨੇਡੀਅਨ ਆਪਣੀ ਫਾਈਨੈਂਸ ਬਾਰੇ, ਆਪਣੀ ਇਕੋਨਮੀ ਦੇ ਬਾਰੇ, ਰੀਅਲ ਸਟੇਟ ਦੇ ਬਾਰੇ, ਮੋਰਗੇਜ ਦੇ ਬਾਰੇ ਚਿੰਤਿਤ ਨੇ, ਤੇ ਪਰ ਸਰਕਾਰ ਜਿਹੜੀ ਆ ਉਹ ਕੋਈ ਮਦਦ ਦੇ ਨਹੀਂ ਰਹੀ। ਕੀ ਹੈ ਇਹ ਸਿਲਸਿਲਾ, ਕੀ ਹੈ? ਤੁਸੀਂ ਦੋਨੋਂ ਜਰਾ ਐਕਸਪਲੇਨ ਕਰੋ ਇਹਦੇ ਬਾਰੇ। ਇੱਕ ਲਾਈਨ 'ਚ ਕਹਿ ਦੇਵਾਂ ਸਰ? ਇੱਕ ਲਾਈਨ ਕਰੋ। ਉਹਨਾਂ ਨੂੰ ਕੁਛ ਨਹੀਂ ਪਤਾ, ਉਹਨਾਂ ਨੂੰ ਕੋਈ ਨੌਲੇਜ ਨਹੀਂ, ਖਤਮ ਹੈ ਕਹਾਣੀ। ਕਿਉਂਕਿ ਜੋ ਹੋਇਆ ਹੈ, ਜਿਸ ਤਰ੍ਹਾਂ ਅਸੀਂ ਬਿਜ਼ਨਸ ਵਧਾ ਸਕਦੇ ਸੀਗੇ, ਜਿਸ ਤਰ੍ਹਾਂ ਇਸ ਕੰਟਰੀ 'ਚ ਜਿਸ ਤਰ੍ਹਾਂ ਪੈਸਾ ਦਿੱਤਾ ਗਿਆ ਸੀਗਾ, ਉਸ ਹਿਸਾਬ ਨਾਲ ਉਸ ਚੀਜ਼ ਤੇ ਕੋਈ ਕੰਟਰੋਲ ਹੀ ਨਹੀਂ ਸੀ। ਸੋ ਤੁਸੀਂ ਰਾਈਟ ਪਰਸਨ ਨੂੰ ਦਿੱਤਾ ਨਹੀਂ, ਰਾਈਟ ਪਰਸਨ ਨੂੰ ਉਹਨਾਂ ਨਹੀਂ ਦਿੱਤਾ ਜਿੰਨਾ ਦੇਣਾ ਚਾਹੀਦਾ ਸੀਗਾ, ਉਹਨਾਂ ਨੂੰ ਦਿੱਤਾ ਗਿਆ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਜਾਂ ਜਿਨ੍ਹਾਂ ਨੇ ਮਿਸਯੂਜ਼ ਕੀਤਾ। ਸੋ ਸਟਾਰਟਿੰਗ 'ਚ ਆਈ ਕੈਨ ਅੰਡਰਸਟੈਂਡ, ਤੁਸੀਂ ਉਸ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੇ ਹੋ, ਲੇਕਿਨ ਧੀਰੇ 6 ਮਹੀਨੇ ਬੀਤ ਜਾਣ, ਸਾਲ ਬੀਤ ਜਾਵੇ, 1.5 ਸਾਲ ਬੀਤ ਜਾਵੇ, 2 ਸਾਲ ਬੀਤ ਜਾਵੇ, ਤਾਂ ਫਿਰ ਇਹ ਤੁਹਾਡੀ ਮੈਂ ਕਹਾਂਗਾ ਕਿ ਨਹੀਂ, ਤੁਹਾਡੇ ਕੋਲ ਉਹ ਕੈਪੈਸਿਟੀ ਨਹੀਂ ਸੀਗੀ ਜਿਹੜੀ ਚੀਜ਼ ਤੁਸੀਂ ਕਰਨਾ ਚਾਹ ਰਹੇ ਸੀਗੇ। ਔਰ ਅੱਜ ਵੀ ਜਿਵੇਂ ਤੁਸੀਂ ਥੋੜ੍ਹੀ ਦੇਰ ਪਹਿਲਾਂ ਜਿਹੜੇ ਗੱਲ ਕਰ ਰਹੇ ਸੀਗੇ, ਜਿਹੜੇ ਰਿਲੇਸ਼ਨ ਖਰਾਬ ਹੋਏ ਨੇ ਸਾਡੇ ਕੰਟਰੀਆਂ ਨਾਲ, ਉਹ ਇੱਕ ਬਹੁਤ ਹੀ ਵੱਡਾ ਫੈਕਟਰ ਹੈ ਉਸ ਚੀਜ਼ 'ਚ। ਕਿਉਂਕਿ ਬਿਜ਼ਨਸ ਕਿੱਥੋਂ ਆਵੇਗਾ, ਬਿਜ਼ਨਸ ਡੀਲਸ ਕਿੱਥੋਂ ਹੋਣਗੀਆਂ? ਇਹਨਾਂ ਜਗ੍ਹਾ ਤੋਂ ਹੀ ਹੋਣਗੀਆਂ ਨਾ। ਅਸੀਂ ਕੰਟਰੀ 'ਚੋਂ, ਸਾਡੇ ਕੋਲ ਕਿੰਨੇ ਕੁ ਲੋਕ ਨੇ? ਅਸੀਂ 40 ਮਿਲੀਅਨ ਲੋਕ ਹੈਗੇ ਹਾਂ। ਸਾਨੂੰ US ਦੀ ਮਾਰਕੀਟ ਚਾਹੀਦੀ ਹੈ, ਠੀਕ ਹੈ, US ਨਾਲ ਹਾਲੇ ਰਿਲੇਸ਼ਨ ਵਧੀਆ ਨੇ, ਐਮਐਸਪੀ ਦੇ ਟਰੰਪ ਆ ਜਾਂਦਾ ਤਾਂ, ਬਾਕੀ ਹੋਰ ਸਾਨੂੰ ਤਾਂ ਲੋਕ ਚਾਹੀਦੇ ਨੇ ਨਾ। ਇਹ ਚਾਈਨਾ, ਇੰਡੀਆ, ਇਹ ਵੱਡੇ ਕਿਵੇਂ ਬਣਦੇ ਜਾ ਰਹੇ ਨੇ, ਜਾਂ US ਵੀ ਵੱਡਾ ਹੈ, ਕਿਵੇਂ ਬਣਦਾ ਜਾ ਰਿਹਾ? ਉਹਨਾਂ ਕੋਲ ਆਪਦੇ ਲੋਕ ਨੇ, ਅੰਦਰੋਂ ਹੀ ਖਪਤ ਹੋ ਜਾਂਦੀ ਹੈ। ਦੇ ਹੈਵ ਦ ਕੰਜ਼ਿਊਮਰ ਇਕੋਨਮੀ। ਅਗਰ ਤੁਸੀਂ ਇੰਡੀਆ ਜਾਂ ਚਾਈਨਾ ਦੀ ਗੱਲ ਕਰੋ, ਚਾਈਨਾ ਪਹਿਲਾਂ ਕੰਜ਼ਿਊਮਰ ਇਕੋਨਮੀ ਨਹੀਂ ਸੀਗਾ, ਲੇਕਿਨ ਉਹਨੇ ਧੀਰੇ ਆਪਣੇ ਆਪ ਨੂੰ ਇੰਨਾ ਡਿਵੈਲਪ ਕਰ ਦਿੱਤਾ ਕਿ ਹੁਣ ਦੋਨੋਂ ਸਾਈਡ ਤੇ ਚਲਾ ਗਿਆ, ਇੰਟਰਨਲ ਵੀ ਹੈ ਤੇ ਆਊਟਸਾਈਡ ਵੀ ਹੈ। ਸੇਮ ਇੰਡੀਆ ਨਾਲ ਹੈ। ਸੋ ਸਾਡੇ ਕੋਲ ਅੰਦਰ ਤਾਂ ਲੋਕ ਹੈ ਨਹੀਂ ਜਿਹੜੇ ਕੰਜ਼ਿਊਮ ਕਰਨਗੇ, ਸਾਨੂੰ ਤਾਂ ਬਾਹਰ ਦੀਆਂ ਮਾਰਕੀਟ ਹੀ ਦੇਖਣੀਆਂ ਨੇ ਨਾ। ਅਗਰ ਸਾਡੇ ਕੋਲ ਬਾਹਰ ਦੀਆਂ ਮਾਰਕੀਟ ਦੇ ਕੋਈ ਐਕਸੈਸ ਨਹੀਂ ਹੈ ਜਾਂ ਰਿਲੇਸ਼ਨ ਨਹੀਂ ਹੈ, ਤਾਂ ਅਸੀਂ ਕਿੱਥੋਂ ਕਮਾਵਾਂਗੇ ਐਜ਼ ਅ ਬਿਜ਼ਨਸ? ਸੋ ਇਹ ਬਹੁਤ ਵੱਡਾ ਫੈਕਟਰ ਹੈ ਜੀ। ਹਾਂਜੀ ਠੀਕ ਹੈ ਜੀ। ਜੀ ਬਿਲਕੁਲ ਜੀ, ਵੰਡਣਾ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਸੀਗਾ, ਪਰ ਵੰਡਣ ਦਾ ਤਰੀਕਾ ਬਹੁਤ ਗਲਤ ਸੀਗਾ। ਜਿਸ ਤਰ੍ਹਾਂ ਮੁੰਗਾ ਜੀ ਨੇ ਵੀ ਕਿਹਾ, ਕੋਈ ਉੱਥੇ ਵਾਚ ਹੋਣਾ ਚਾਹੀਦਾ ਸੀਗਾ, ਪੂਰਾ ਸਿਸਟਮ ਹੋਣਾ ਚਾਹੀਦਾ ਸੀਗਾ, ਆਡਿਟ ਹੋਣਾ ਚਾਹੀਦਾ ਸੀਗਾ, ਜ਼ਬਰਦਸਤ ਪੈਨਲਟੀਜ਼ ਹੋਣੀ ਚਾਹੀਦੀ ਸੀ। ਜਿਨ੍ਹਾਂ ਨੇ ਇਹਨਾਂ ਨੂੰ ਮਿਸਯੂਜ਼ ਕੀਤਾ ਹੈਗਾ, ਜ਼ਬਰਦਸਤ ਪੈਨਲਟੀ ਹੋਣੀ ਚਾਹੀਦੀ, ਛੋਟੀ ਮੋਟੀ ਨਹੀਂ, ਤਾਂ ਕਿ ਇਹ ਸਬਕ ਮਿਲ ਜਾਏ ਅੱਗੋਂ ਵਾਸਤੇ ਕਿ ਪੈਸਾ ਜਿਹੜਾ ਹੈਗਾ ਲੈਣਾ ਇੰਨਾ ਆਸਾਨ ਨਹੀਂ ਹੈਗਾ। ਪਲੱਸ ਆਡਿਟ ਹੋਣਾ ਚਾਹੀਦਾ। ਮੈਨੂੰ ਪਤਾ ਹੈ ਕਿ ਇਹ ਆਡਿਟ ਬੜੇ ਆਰਾਮ ਨਾਲ ਹੋ ਸਕਦਾ ਸੀਗਾ। ਸਿੰਪਲ ਐਗਜ਼ਾਮਪਲ ਹੈਗਾ ਕਿ ਜੀ ਲੋਕਾਂ ਨੇ ਅੰਡਰ ਦਾ ਟੇਬਲ ਕੰਮ ਕਰਨਾ ਸ਼ੁਰੂ ਕਰਤਾ, ਕੈਸ਼ ਲੈ ਕੇ ਬੈਂਕ 'ਚ ਪਾਣੀ ਸ਼ੁਰੂ ਕਰਤੀ, ਇਹ ਪੈਸਾ ਲੈ ਕੇ ਬੈਂਕ 'ਚ ਪਾਇਆ, ਬਾਕੀ ਆ
गए, लो जी प्रॉपर्टी दे दो, ये ले दो, वो दे दो। इन्होंने यह भी तो वाज रखना चाहिए था कि रोटी किधरों खा रहे हैं वो बंदे, नेचुरली वो अंडर द टेबल कैश तक खा रहे हैं। या देखो जी $1000 महीना खर्चा हो ही नहीं सकता, पूरे परिवार के अंदर $1000 महीना ज्यादा होगा, तो वहीं से पता चल जाना चाहिए कि कहाँ पर पैसा मिसयूज किस तरीके से छुपाया जा रहा है। असी और मुंगा साहब ने मैं जिस वक्त डाटा दिते सीगे, लो इनकम ग्रुप के अंदर इनकम बढ़ गई सी बजाय घटन दे, क्योंकि वो लगभग 5300 पर फैमिली आना शुरू हो गया सीगा। और उत्तों जो मान लो ऊबर चलाते सी या कुछ होर कम करते सीगे कोरियर का, उन्होंने अंडर द टेबल जाना शुरू करता तो उन्होंने इनकम बढ़ गई। बिल्कुल मिसयूज होया है, बनने का तरीका बिल्कुल गलत सीगा जी। वैसे युद्धवीर जी मेरे मन च कई बार ये चीज आती है, मेरे ख्याल चलो ये सरकार ने जो कीता साडियां पिछलियां सरकारां भी ले ली है, जिन्नियां विच है लिबरल है ਜਾਂ कंजरवेटिव है, मेरे ख्याल ਅਸੀਂ ਕਦੇ CRA ਨੂੰ ਪੂਰੀ ਤਰ੍ਹਾਂ ਉਹ ਡਿਵੈਲਪ ਹੀ ਨਹੀਂ ਕਰ ਪਾਏ, ਕਿਉਂਕਿ ਅਗਰ ਅੱਜ ਉਸ ਜਗ੍ਹਾ ਨੂੰ ਡਿਵੈਲਪ ਕਰ ਦਿੱਤਾ ਜਾਵੇ ਤਾਂ ਸਾਨੂੰ ਇੰਨਾ ਜ਼ਿਆਦਾ ਟੈਕਸ ਲੈਣ ਦੀ ਜ਼ਰੂਰਤ ਨਹੀਂ ਹੈ ਲੋਕਾਂ ਕੋਲ ਜਿੰਨਾ ਅਸੀਂ ਟੈਕਸ ਲੈ ਰਹੇ ਹਾਂ, ਕਿਉਂਕਿ ਸਾਡੇ ਕੋਲ ਇੰਨਾ ਮਨੀ ਆ ਸਕਦਾ ਹੈ ਜਿਹੜਾ ਕਿ ਮਿਸਯੂਜ਼ ਹੋ ਰਿਹਾ ਹੈ, ਜਿਹੜਾ ਕਿ ਗਲਤ ਯੂਜ਼ ਹੋ ਰਿਹਾ ਹੈ। ਹੁਣ ਅੱਜ ਦੀ ਡੇਟ 'ਚ ਵੀ ਅਗਰ ਦੇਖੋ ਸਾਡੇ ਕੋਲ ਕਿੰਨੇ ਸਟੂਡੈਂਟ ਨੇ ਯੂਨੀਵਰਸਿਟੀਆਂ 'ਚ, ਕਿੰਨੇ ਉਹ ਜਿਹੜੇ ਕੋਆਪ ਕਰਦੇ ਨੇ ਸਰ। ਹੁਣ अप्रैल तो बाद एग्जाम खत्म हो जाने, ठीक है, एग्जाम खत्म होने तो बाद मई 1 तो वो सारे अकाउंटिंग वाले या जेडे CA करते पे ने, CFP करते, CPA करते पे ने, जेडी यूनिवर्सिटियां च बैठे ने, उन्हां सारियां नूं हायर कर लो। वाटरलून कोल जाओ, वेस्टर्न कोल जाओ, लो जी बच्चे जिन्ने भी तुहाडे कोल हैगे ने, जिन्ने भी उन्ने दी तो जरूरत ही नहीं हैगी सानू, जिन्ने हैगे ने उन्हां कोल, बट 500 1000 बच्चा सिर्फ 3 ਮਹੀਨਿਆਂ ਵਾਸਤੇ ਤੁਹਾਨੂੰ ਜੌਬ ਤੇ ਪਾ ਦਿਓ ਤੇ ਇਹ ਸਾਰੇ ਆਡਿਟ ਕਰ ਦਿਓ। ਜਿੰਨੇ ਵੀ ਤੁਸੀਂ ਪੈਸੇ ਦਿੱਤੇ ਸੀ ਅੱਜ ਤੱਕ, ਇਸ 3 ਮਹੀਨਿਆਂ 'ਚ ਤੁਸੀਂ ਸਾਰਾ ਆਡਿਟ ਕਰ ਸਕਦੇ ਹੋ ਅਗਰ ਇੰਨੇ ਬੱਚੇ ਲੈ ਆਓਗੇ ਤੁਸੀਂ ਤਾਂ। ਔਰ ਉਹਨਾਂ ਨੂੰ ਨੌਲੇਜ ਵੀ ਹੈ ਇਸ ਚੀਜ਼ ਦੀ। ਤੁਸੀਂ ਉਹਨਾਂ ਨੂੰ ਤੁਸੀਂ ਇੰਨੀ ਸੈਲਰੀ ਦੇਣੀ ਨਹੀਂ ਜਿੰਨਾ ਤੁਸੀਂ ਕੰਟਰੀ 'ਚ ਪੈਸਾ ਲੈ ਕੇ ਆ ਜਾਓਗੇ ਵਾਪਸ। ਔਰ ਉਸ ਪੈਸੇ ਨਾਲ ਅਸੀਂ ਪਤਾ ਨਹੀਂ ਟੈਕਸ ਕਿੰਨਾ ਘਟਾ ਸਕਦੇ ਹੋ ਸਕਦਾ ਸਾਨੂੰ GST ਲੈਣ ਦੀ ਜ਼ਰੂਰਤ ਹੀ ਨਾ ਪਵੇ। या ऑडिट है जो होने चाहिए कि पैसा खर्च हो रहा है। हूँ जिवें वो ऐप की गल हो रही है जी, मैं सॉरी पोलिटिकल हो गया थोड़ा जा, लेकिन मैं वापस आना चाहवागा उस तो। लेकिन जी अराइव कैन ऐप है सर, ऐप तुसी भी बनवाई है ऐप युद्धवीर जी, मैं भी बनवाना है ऐप, किन्ने भी ऐप बन जाती है, इन्ना पैसा खर्च होना एक ऐप पे। तो जिन चीजों ने आई थिंक वी आर गोइंग इन रॉन्ग साइड। अक्सर है क्या मिलता है, मैं कहीं जानना रिटायर्ड CRA बंदे या जो जॉब करते सी कि उनको छोटे अकाउंट ऑडिट करके लॉस हो जाता है, सैलरी ज्यादा है। अजी तुसी लॉस प्रॉफिट देख रहे हो, सबक सिखाना भी तो कोई चीज हैगी, तुम्हें नहीं मिलता कुछ। मान लो सपोज ऑडिट देता पकड़ा, तुम्हें $20,000 ही मिले, $10,000 ही मिले, पर एटलीस्ट सिर्फ तो तलवार से लटक रही है ना घट तो घट कि हमारा भी ऑडिट हो जाएगा। वो समझते हैं कि हमारा तो ऑडिट होना नहीं, चलो ये अंडर द टेबल काम कर लो। ये ऑडिट कई बार इनकम के लिए नहीं, कई बार सबक सिखाने के लिए भी किया जाता है और करना चाहिए मेरे हिसाब से। ठीक है जी। और हाँ जी, अगली कॉल और बढ़ते हैं जी। गिरीश जी तुसी आंदे रहो। हेलो, नमस्कार जी सबको, और आप लोगों का बहुत बहुत धन्यवाद PK जी। और पहले तो मैं सबको रिकमेंड करूंगा कि आप लोगों की सर्विसेज लें, जो आप समाज की सेवा भी कर रहे हैं, तो उससे आप लोगों को चूना नहीं लगेगा। अगर आप इनके मुंगा साहब और PK साहब, अगर मान लो कहीं पे चूना लगने का चांस ही हो तो PK साहब जी बचा लेंगे जी आप लोगों को, ये जिम्मेदारी है। अच्छा, मेरे पॉइंट से ये भी, इस पॉइंट पे बात करने से मैं लास्ट में आता हूँ। पहले ये बताइए, हाँ दूसरा, सॉरी मुंगा साहब, पता है क्या होता है, यूनिवर्सिटी के स्टूडेंट आप 3 महीने के लिए हायर करो ना तो उनका 1 महीना तो ट्रेनिंग पे लग जाता है, उसके बाद हाँ जी, और 1 से ज्यादा महीना लग जाता है। इसलिए या तो आप ना उसे पूरा कमिटमेंट करो कि 3-4 साल जो भी यूनिवर्सिटी के आपने हर एक बार हमारे पास आना है, उनको जॉब सिक्योरिटी भी दिया जाए, उनको किया जाए, ये ना हो कि अगली बार वो फिर ढूंढता रहे को आप, तो ये बहुत जरूरी है। और है ना, तो ये तो मैं इसका जवाब दे सकता हूँ सर। हाँ जी बताइए जी। एक्चुअली क्या होता है, मैंने इसीलिए अकाउंटिंग स्टूडेंट या CA की बात की है, मैं किसी आम को नहीं ढूंढना चाह रहा हूँ बीच में बैठ के। उनको पहले से नॉलेज है कि अकाउंट्स कैसे चलते हैं। नहीं, अकाउंटिंग वालों की बात कर रहा हूँ। हाँ, तो और वो भी मैं यूनिवर्सिटी से बात कर रहा हूँ, मैं यूनिवर्सिटी ऑफ टोरंटो, वाटरलू, यहाँ पे मेरे ख्याल में अगर 1 महीना लगाएगा ना वो टैक्स समझने के लिए, तो वो वाटरलू के लायक ही नहीं था। ठीक है, वो यूनिवर्सिटी ऑफ टोरंटो के लायक ही नहीं था सर। अगर वो बच्चा अगर 1 साल के बाद भी उसको बेसिक अकाउंटिंग नहीं समझ आई है सर, सिर्फ आपको पता है कोर्स कितने इनिशियल ट्रेनिंग की बात कर रहा हूं। इनिशियल ट्रेनिंग अपने महीना चाहिए ना, मेरे हिसाब से 1 वीक भी बहुत है। मैं आपको बात बताऊं सर, जो टैक्सेस भरते हैं ना यहाँ पे, आपने कभी ये सुना है H&R ब्लॉक, ये सॉफ्ट सुना है हाँ जी सर, 2 महीने का कोर्स होता है सर, पूरी टैक्सेस सिखा देते हैं और वहीं पे लोग बैठ के वहीं पे भर रहे होते हैं 2 महीने। मैं 1 साल के बाद जब कोऑप दे रहा हूँ
उसको ये नहीं पता होगा सर, वो तो ऑडिट में चले जाते हैं दूसरे तीसरे साल। जो 4th ईयर से निकलते हैं ना, जो वाटरलू के स्टूडेंट्स, वो सर बीडीओ और इस जैसी कंपनीज में बैठ के ऑडिट कर रहे होते हैं, बड़ी बड़ी कॉर्पोरेशंस के और दुनिया के इधर उधर से। तो मैं थोड़ा डिसएग्री करूंगा। एक नहीं बाबा साहब, एक वीक नहीं, मैं आपको बताता हूँ, 3 हफ्ते से पहले इनके क्योंकि इनके डिफरेंट सॉफ्टवेयर होते हैं, डिफरेंट तरीके होते हैं, डिफरेंट जगह से चेक करना होता है, वो 3 हफ्ते से पहले नहीं हो सकता है। हाँ ये है चार। एनीवे, दूसरा ये कहना चाहता हूँ कि मोहन साहब ये गोल्ड का प्राइस इतना क्यों बढ़ता जा रहा है, इसमें क्या आग लगी हुई है ये बताइए। सर ये बिकॉज ऑफ एसेटिक वो बढ़ता जा रहा है ना, बिटकॉइन वगैरह, और जो क्रिप्टो बढ़ती जा रही है उसी हिसाब से अब क्या हो रहा है कि लोग जब एसेट की तरफ जाते हैं तो दोनों तरफ, जिनको गोल्ड उसकी तरफ बिलीव नहीं है वो गोल्ड की तरफ जाए जा रही है। बट हुआ क्या है, आज जो बढ़ा है वो बेसिकली यूएस डॉलर गिरा है, जिसकी वजह से वो थोड़ा सा ऊपर आज गया है। अदरवाइज आज उस वजह से नहीं गया है। लेकिन क्रिप्टो, यस वी कैन से, क्योंकि क्रिप्टो के साथ क्या हुआ है, क्रिप्टो में पहले क्या था कि आपको स्पेशल एक्सचेंज में जाना पड़ता था, आपको कॉइन बेस वगैरह जो कंपनीज हैं उनमें जाके आपको अकाउंट खोलने पड़ते थे, उसमें पेमेंट डिपॉजिट करा के आप करेंसी खरीदते थे। अब क्या हुआ है, यूएस ने जब से ईटीएफ पास कर दी, कनाडा में ईटीएफ पहले से ही चल रहा था, यूएस ने भी ईटीएफ क्लियर कर दिया है और यूरोप ने भी कर दिया। अब ईटीएफ होने की वजह से आप जैसे अगर कोई ट्रेड करते हैं, जैसे आपके पास वेल्थ सिंपल का अकाउंट है, आपके पास सीडी का अकाउंट है, या स्कोशिया ट्रेड है, अगर इस तरह के कोई अकाउंट है जहाँ से आप स्टॉक खरीदते थे, नाउ यू कैन बाय दोज ईटीएफ थ्रू दैट। नाउ यू डोंट रिक्वायर टू गो टू कॉइनबेस और अदर कंपनीज, जो कि बीच में कितनी सारी वो प्लेटफॉर्म फेल हो रहे थे। सो वो एक डर था वहां पे, अब वो डर खत्म हो गया, क्योंकि अब फिडेलिटी आ गया, मैकेंजी आ गया, इस तरह की बड़ी बड़ी कंपनीज आ गई हैं जिन्होंने ईटीएफ खोल दिए। सो इस वजह से कैश मनी उसमें जा रही है, लेकिन लोग अभी तक आई डोंट नो क्या कर रहे हैं, मुझे नहीं समझ में आ रहा, मैं नहीं जाऊंगा उसमें अभी तक भी। आज बस लास्ट के 2 पॉइंट और, एक पहले सबरवाल साहब से मुझे लगता है कि ना ये बैंकों ने ना ये जो क्या कहते हैं बैंक्रप्सी और ये घरों का जो पावर ऑफ सेल, इन सबको ना रोक रखा हुआ है। वो नहीं चाहते कि वैल्यू भी डाउन हो जाए सब कुछ, वो मतलब आखिरी मोमेंट तक, आखिरी बिल्कुल तक वेट करना चाहते हैं बिफोर दे गो फॉर पावर ऑफ सेल। इसके बारे में क्या विचार है जी? बिल्कुल 100% ठीक है जी, आपने बिल्कुल ठीक ऑब्जर्वेशन की है, क्योंकि आज बैंक हेल्प कर रहा है, क्योंकि वो चाहते हैं इसमें ना आ जाए। जैसे अभी रिसेंटली 5-7 केस ऐसे हुए जिसमें हमारे इन हाउस मॉर्गेज ब्रोकर ने उनकी 2 इंस्टॉलमेंट्स 3 इंस्टॉलमेंट्स डफर करवा दी है। बैंक चाहता है कि चलो ठीक है जी, अब तुम कितनी नहीं दे पाओगे, चलो 2 हटा दो पीछे, 3 पीछे कर दो। डफर करने से ये इसका मतलब यही हुआ कि वो चाहते नहीं कि तुम इतना एक स्ट्रॉन्ग स्टेप कोई ले ले और बैंक्रप्सी की तरफ चला जाए। पूरी हेल्प की जा रही है, और ये जो ट्रिगर पॉइंट वाली बात हम बार बार करते थे कि आपकी किस्त ना बढ़े, वो बचाने के लिए ही हो रहा था सब। लेकिन ये सब कुछ करने के बावजूद भी मुझे लगता है वो कई लोगों को रोक नहीं पाएंगे, उनको जाना ही पड़ेगा। हाँ जी, तब ये जब 2-4-6 महीने और इंटरेस्ट रेट नहीं घटा तो फिर देखते हैं फिर क्या होता है। अच्छा, बस एक लास्ट पॉइंट है मोगा साहब, देखिए इकोनॉमी की जब अपने क्या अनिल जी भी बात कर रहे थे, वो अखबार में खबर लिखा है कि कहते हैं ट्रूडो साहब सो रहे हैं। मेक्सिको भी ना लार्जेस्ट पार्टनर हो गया अमेरिका का, राइट, और इनकी जो पॉलिसी है एंटी बिजनेस है कहते हैं, उसमें वर्ड यूज किया गया ह्यूमिलिएटिंग, राइट। बोले कि जब से ये भाई साहब 2015 से आए हैं पूरा इकोनॉमी डिक्लाइन हुआ है, उसमें एक वर्ड यूज किया है ब्लोटेड मतलब जैसे ना पेट में गैस भर जाती है, वो वर्ड इस्तेमाल किया गया है। तो ये तो हालत है जी, और भी बहुत कुछ है, क्या बताऊं, बस इतना इशारा ही काफी है जी। बहुत बहुत धन्यवाद जी, थैंक यू। पहले इंडिया जाते थे ना मोगा साहब, बड़े प्राउड से आगे होता था कनाडा से आए हैं, अब बताते हुए शर्म आती है। रिलेशन जो खराब हुए पड़े हैं, शर्म से आती है। तो सच्ची बताऊं, जब हम डेलीगेशन के साथ गए, 2-4 चीफ मिनिस्टर्स को मिलने का मौका मिला, तो उनके साथ सबसे पहले सफाई देनी पड़ती थी कि हम यहाँ पर आए हैं, थोड़े रिलेशन से अच्छी हो, ये हो, पहले तो सफाई देनी पड़ती थी, जो पहले कभी नहीं हुआ। जी जी बिल्कुल बिल्कुल बिल्कुल। हाँ जी, अच्छा जी, अगला सवाल है कि जी पाजी, कैन यू आस्क देम हाउसिंग मार्केट हाउ मेनी % ग्रो अंटिल नेक्स्ट ईयर जून मिनिमम एंड मैक्सिमम? थैंक्स जी। ये मतलब ग्रोथ प्राइस वाइज पूछ रहे होंगे, मेरे को लगता है ये। मुझे लगता है कि ये इस साल के एंड तक पहली बात प्राइस में फर्क पड़ना शुरू हो गया। आई वुड बी वेरी हैप्पी अगर ये इस साल प्राइस 3 से 4% बढ़ जाता तो। जी ठीक है जी। अच्छा जी, अगला सवाल है जी, व्हाट टाइम द बस टूर विल स्टार्ट ऑन सैटरडे एंड संडे? अभी संडे का अभी हमने फाइनल नहीं किया, हो सकता हम 1 हफ्ता लेट भी कर दें। सैटरडे का पक्का है, क्योंकि उसका संडे का भरोसे मत रहना कि बाद में हमें कहो जी आपने तो संडे भी कहा था। अभी हम सैटरडे की बात कर रहे हैं, क्योंकि मुझे पता है कुछ को हम लोग वेटिंग में भी डालेंगे, इसलिए डालेंगे कि कुछ लोग बैकआउट भी कर जाते हैं। ये पक्का है, एक पहले भी हो चुका है, 15 से 20% कुछ लोग तो बता के बैकआउट करते हैं, कुछ अचानक ही नहीं आते, और वो सबसे बड़ी शर्मिंदगी वाली बात हो जाती है, और उनको हमने फिर
ब्लैक लिस्ट कर देना है। पहले भी हम बोल चुके हैं, एक बार ऐसे हुआ था सेमिनार के अंदर, एटलीस्ट 80 लोग, ना तो उनको कटसी थी कैंसिल करने की ताकि हम किसी और को सीट दे सकें। आपने देखा था युद्धवीर जी पूरा हॉल खचाखच भरा हुआ था और उसके अंदर 60-70 सीट जो खाली थी खचाखच भरा हुआ, वो लोगों की थी जो बुक करके नहीं आए थे। एटलीस्ट उनको इतनी कर्सी चाहिए थी वो कैंसिल कर दें 2-3 दिन पहले ताकि बाकी वेटिंग वालों को वो सीट दे देते। ये सैटरडे को 11 बजे चलेगा, 23 मार्च को, मिस आगे चलेगा। लोकेशन वगैरह बता दी जाएगी जब रजिस्टर कर देंगे और आपको कंफर्मेशन आ जाएगी। रजिस्टर करने के बाद मेरे ऑफिस से कॉल आएगी, 2-4 छोटे मोटे क्वेश्चन पूछेगा और उसके बाद आपको रजिस्टर कर दिया जाएगा। वेटिंग जिसको हम डालेंगे 90% चांस होंगे वेटिंग में, हम वेटिंग में भी ज्यादा लोगों को नहीं डालेंगे। 90% चांस होंगे कि हम वेटिंग वालों का नंबर 23 मार्च को आ जाएगा। कारण ये है कि चाहे मुझे उसके ऊपर से अपने 5 असिस्टेंट जो मेरे साथ जाएंगे उनको हटा के गाड़ी में बिठाना पड़े, लेकिन मैं अपने जो वेटिंग वालों को जरूर मैं बस में बिठा दूंगा। तो इसीलिए आप 23 मार्च मान के चले, 11 बजे ये चलेगा, स्टार्ट होगा फ्रॉम मिस्सागा। लोकेशन बता देंगे आपको, प्लीज रजिस्टर कर दीजिए। अभी जो है बस से 1.5 गुना लोग रजिस्टर कर चुके हैं, यानी कि 50 की बस है 75 के आसपास कर चुके हैं, लेकिन वो रजिस्टर में कई गलत है जिनको कि हमने नहीं डालना, जो सिर्फ साइट सीइंग के लिए जा रहे हैं जिनको हमने हटाना है। प्लस जिसको कहते हैं कि हमने और कुछ चीजें हैं स्क्रीनिंग के लिए वो पूरी करनी है इस हफ्ते के अंदर। आप रजिस्टर जरूर कर दीजिए। 6472994757 मेरा नंबर है, यहाँ पर नाम डाल दीजिए अपना, बस टूर लिख दीजिए, या फिर जो ऐड आ रही है युद्धवीर जी के यहाँ जिसमें नंबर दिया जा रहा है मेरे ऑफिस का, मेरे असिस्टेंट का, उस नंबर पर आप रजिस्टर कर दीजिए या teamsabarwal.com। जी ठीक है जी, थैंक यू जी। और सर अमित साहब का सवाल है कि प्लीज आस्क पीके जी विच आर द वर्स्ट नेबरहुड्स फॉर रीसेल इन किचनर एरिया। मैं नहीं इस बारे में बोल सकता जी, सीधे वर्स्ट नेबरहुड बोल के, नेबरहुड चलो मैं फिर भी बता दूंगा, लेकिन चलो अच्छा हुआ वहाँ पर कोई बिल्डर शटर होगा तो मुझे फिर मैसेज आ जाएगा तो ये वहाँ पर क्या कर रहा है। मैं तो अच्छे की तरफ जाता हूँ। वर्स्ट नेबरहुड का क्या, मैं सिंपल सी बात बताऊँ, जितनी अच्छी आपकी रिकवरी ROI जहाँ पर है स्टूडेंट्स की, वर्स्ट एरिया भी वही है। मेरा मतलब कहने का, अगर आप मनी पॉइंट ऑफ व्यू से देख रहे हैं, 2 आर द बेस्ट एरियाज, पर अगर आप ट्रबल के हिसाब से देख रहे हैं, 2 आर वेरी बैड एरियाज। जी ठीक है जी। और अगला सवाल है सर जी, प्लीज आस्क पीके जी फ्यूचर ऑफ डाउनटाउन हैमिल्टन स्पेशली अराउंड लेक। सर मैं बताऊं आपको युद्धवीर जी, मैं अगर ये बात 20 साल पुरानी करते, 25, चलो 20 साल ही पुरानी करते, 25 में भी नहीं जाते, चलो एक काम करते हैं 2001 से ले लेते हैं, 24-23 साल पहले। हर बार जब बाय किया गया तो मुझे ये कहा गया कि जी बस ये तो फाइनल हो गया, इससे आगे क्या बढ़ेगा, ये तो आग लगी हुई है। 2-4 साल के बाद इससे आगे क्या बढ़ेगा, ये तो आग लगी हुई है। हर जनरेशन ने हर बार खरीदते हुए बंदे ने कहा कि ये तो अति हो गई जी, ये तो एंड हो गया जी, पर ये बढ़ता ही गया। आपको याद होगा युद्धवीर जी, आपके यहाँ पर बैरी फेंटन की इंटरव्यू हुई थी, आपने टीवी में उनकी इंटरव्यू ली थी, आपको याद होगा, मैं भी था उसमें, राइट। और उसको क्या कहा था उन्होंने, और आप भी सहमत नहीं थे, मैं भी सहमत नहीं था, बहुत पुरानी बात है। उन्होंने कहा था कि इस सन तक डाउनटाउन का एवरेज $900 पर स्क्वायर फीट हो जाएगा। जी। मैं कह रहा था 850 के आसपास होगा, और आप मेरे से भी नीचे जा रहे थे कि नहीं ये तो बहुत ज्यादा हो जाएगा। और हुआ क्या, जब उन्होंने कहा तो वो 900 की जगह वो 1100 हो चुका था, राइट। और आज डाउनटाउन क्या है, 1800, 1800, 900 से डबल 1800। मैं आपको ये बात बता दूं, आज याद रखना मेरी बात, अगले 4 सालों के अंदर $2500 पर स्क्वायर फीट होगा कोर डाउनटाउन, नोट कर लीजिएगा। जब $300 पर स्क्वायर फीट था तो मैं जो कहते थे बहुत महंगा है, जब 500 था तो बहुत महंगा है, जब 600 हुआ तो बहुत महंगा है, जब $900 पर स्क्वायर फीट हुआ बहुत महंगा है, अब 1800 में बहुत महंगा है। सर वी आर गोइंग वर्टिकल नाउ, जगह नहीं है वहां पर, तो इसलिए कोई रोक नहीं सकता। आबादी रुक जाए तो बात अलग है, आबादी कनाडा की रुकती हुई नजर नहीं आ रही मेरे को। और खास करके जो प्राइम और जो हॉट एरियाज हैं, ये कुछ भी ना करो ना आप, सर इन्फ्लेशन को तो काउंट करोगे ना आप, 2.5-3%, उसी को काउंट कर लो आप, देख लो प्राइस कहाँ चला जाता है, कोई इसको रोक नहीं सकता। हाँ, और जब आप खरीद लेते हैं तो साल के बाद कहते हैं जी वो बड़े अच्छे टाइम पे खरीद लिया, जब आप बेचते हैं तो कहते हैं जी बहुत महंगा बेच दिया, साल के बाद कहते हैं क्यों बेच दिया, गलत कर दिया। ये होता है, मेरे साथ तो हो रहा है 5 डिकेड से। जी अच्छा, वो सर हैमिल्टन डाउनटाउन की गल कर रहे सी लेक के आसपास हैमिल्टन। अच्छा, हैमिल्टन तो बहुत आगे बढ़ना है, हैमिल्टन डाउनटाउन, हैमिल्टन तो बहुत आगे बढ़ेगा। मतलब वो एरियाज जो अभी पूरे डेवलप नहीं हुए, पूरे कवर नहीं हुए, उन्होंने ज्यादा बढ़ना है। मैं पर डॉलर परचेज प्राइस की बात कर रहा हूँ, पर स्क्वायर फीट की बात कर रहा हूँ, क्योंकि बात यह डॉलर पॉइंट ऑफ व्यू से, क्योंकि मान लीजिए अगर आपका यहाँ पर है डाउनटाउन में, टोरंटो में $1800, और वहां पर अगर $400 बढ़ जाता है, या 400 ही मान लेते हैं चलो, तो हैमिल्टन में अगर आज 1200 है, वहां पर अगर 400 बढ़ जाता है, तो नेचुरली टोरंटो डाउनटाउन से 33% ज्यादा तेज बढ़ गया वो, क्योंकि वहां पर बाइंग आपकी उससे 33% लेस है। जी ठीक है जी, ठीक है। हाँ जी,
ਤੁਸੀਂ ਦੁਬਾਰਾ ਕਾਲ ਕੀਤੀ ਹੈ ਜੀ ਪ੍ਰਭ ਜੀ? ਹਾਂਜੀ, ਗੋ ਹੈਡ, ਕੁਝ ਕਹਿਣਾ ਚਾਹ ਰਹੇ? ਹਾਂਜੀ, ਹੈਲੋ ਅਗੇਨ ਸਰ। ਉਹ ਮੇਰੀ ਕਾਲ ਸਰ ਡਿਸਕਨੈਕਟ ਹੋ ਗਈ ਆਟੋਮੈਟਿਕਲੀ ਸਿਸਟਮ ਹਾਂ, ਕਾਲ ਉਦੋਂ ਡਿਸਕਨੈਕਟ ਹੋਈ ਤੁਹਾਡੀ। ਹਾਂਜੀ ਸਰ, ਮੇਰੀ ਗੱਲ ਇਹੀ ਸੀਗੀ ਕਿ ਵਿੱਚ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਚਲੋ ਮੈਂ ਥੋੜਾ ਆਫ ਟੌਪਿਕ ਹੀ ਗੱਲ ਕਰ ਰਿਹਾ, ਸੌਰੀ ਅਬਾਊਟ ਦੈਟ, ਕਿ ਜਿੱਦਾਂ ਆਪਣੇ ਟਰੂਡੋ ਸਾਹਿਬ ਜਿਹੜੇ ਬਾਹਰ ਭੇਜੀ ਜਾ ਰਹੇ ਪੈਸੇ, ਕਿਤੇ ਸਰ ਇਹ ਕੌਨਸਪੀਰੈਂਸੀ ਦੇ ਨਹੀਂ ਕਿ ਲਾਈਕ ਉਹ ਆਪਣੇ ਲਈ ਜਿੱਦਾਂ ਇਕੱਠਾ ਕਰ ਰਹੇ ਧਨ ਦੌਲਤ ਸਾਰਾ, ਕਿ ਕੱਲ ਨੂੰ ਉਹਨਾਂ ਨੂੰ ਪਤਾ ਕਿ ਮੈਂ ਪਾਵਰ 'ਚ ਰਹਿਣਾ ਨਹੀਂ, ਤੇ ਕੱਲ ਨੂੰ ਜਿੱਦਾਂ ਆਪਣੇ ਜਿਵੇਂ ਕਰਕੇ ਬਾਹਰੋਂ ਤੇ ਆਪਣੇ ਲਈ ਇਕੱਠਾ ਕਰ ਰਹੇ ਆ ਕਿ ਉੱਥੇ ਮੈਂ ਇਨਵੈਸਟਮੈਂਟ ਕਰੂੰਗਾ, ਤੇ ਹਨਾ ਕਿ ਕੱਲ ਨੂੰ ਮੇਰੇ ਹੋ ਜਾਣਗੇ ਪੈਸੇ, ਲਾਈਕ ਬੇਸਿਕਲੀ ਲਾਈਕ ਲੁੱਟ ਰਹੇ ਆ ਜਿੱਦਾਂ ਲੋਕਾਂ ਨੂੰ। ਤੇ ਇੱਕ ਗੱਲ ਹੋਰ ਕਿ ਲਾਈਕ ਹੁਣ ਜੇ ਸਰ ਉੱਧਰ ਟਰੰਪ ਸਾਹਿਬ ਨੇ ਆਉਣਾ ਵਾ ਤਾਂ ਇੱਧਰੋਂ ਲਾਈਕ ਟਰੂਡੋ ਸਾਹਿਬ ਨੂੰ ਜਾਣਾ ਹੀ ਪੈਣਾ, ਨਹੀਂ ਤੇ ਟਰੰਪ ਤਾਂ ਲਾਈਕ ਨਹੀਂ ਕਰਦਾ ਟਰੂਡੋ ਨੂੰ, ਹਨਾ, ਤੇ ਲਾਈਕ ਹੈਵ ਟੂ ਬੀ ਅਨਦਰ ਮੇ ਬੀ ਪੀਅਰ ਪੋਲੀਅਰ ਕੋਈ ਹੋਰ। ਬਟ ਜੇ ਟਰੂਡੋ ਇੱਧਰ ਰਿਹਾ ਤੇ ਆਪਣੇ ਅਮਰੀਕਾ ਨਾਲ ਵੀ ਰਿਲੇਸ਼ਨ ਖਰਾਬ ਹੋ ਜਾਣ। ਥੈਂਕ ਯੂ ਸਰ। ਚਲੋ, ਤੇ ਹਾਂਜੀ ਹਾਂਜੀ, ਗੋ ਹੈਡ ਜੀ। ਹਾਂਜੀ, ਨਹੀਂ, ਮੈਂ ਤਾਂ ਥੈਂਕ ਯੂ ਕਹਿ ਰਿਹਾ ਸੀ। ਹਾਂਜੀ ਹਾਂਜੀ, ਗੋ ਹੈਡ ਜੀ। ਹਾਂ, ਉਹੀ ਮੈਂ ਕਹਿ ਰਹੀ, ਜ਼ਿਆਦਾ ਪੋਲੀਟੀਕਲ, ਹਾਂਜੀ, ਪੋਲੀਟੀਕਲ ਸਾਈਡ ਜ਼ਿਆਦਾ ਹੋ ਗਿਆ ਮਾਮਲਾ। ਅਸੀਂ ਸਾਡਾ ਫੋਕਸ ਹੈ ਜੀ ਸਿਰਫ ਰੀਅਲ ਸਟੇਟ ਔਰ ਇਕੋਨਮੀ, ਜਰਾ ਇਹਦੇ ਉੱਤੇ ਅਸੀਂ ਜ਼ਿਆਦਾ ਜਿਹੜੀ ਸਾਰੀ ਗੱਲਬਾਤ ਰੱਖਾਂਗੇ। ਠੀਕ ਹੈ ਜੀ। ਹਾਂਜੀ ਪੰਕਜ ਜੀ, ਸਰਵਿਸਿਜ਼ ਬਾਰੇ ਕੋਈ ਅੱਜ ਇਨਵੈਸਟਮੈਂਟ ਓਪਰਚੁਨਿਟੀ ਹੈ, ਕੁਛ ਵੀ ਹੈ, ਉਹਦੀ ਜਾਣਕਾਰੀ ਹੁੰਦੀ ਹੈ ਜੀ। ਬਿਲਕੁਲ ਯੁਧਵੀਰ ਜੀ, ਬੇਸਿਕਲੀ ਅਗਰ ਦੇਖਿਆ ਜਾਵੇ ਤਾਂ ਇਨਵੈਸਟਮੈਂਟ ਤਾਂ ਬਹੁਤ, ਮੈਂ ਪਹਿਲਾਂ ਵੀ ਐਕਸਪਲੇਨ ਕੀਤਾ ਸੀ ਜਿਵੇਂ ਇਹ ਜਿਹੜਾ ਸਾਲ ਗਿਆ ਔਰ ਪਿਛਲਾ ਸਾਲ ਵੀ ਗਿਆ, ਕਾਫੀ ਗਰੋਥ ਗਈ ਹੈ ਇਸ ਮਾਰਕੀਟ 'ਚ। ਅਗਰ ਤੁਸੀਂ ਅਗਰੈਸਿਵਲੀ ਕੀਤਾ, ਅਗਰ ਤੁਸੀਂ ਇਹ ਕਹਿ ਰਹੇ ਸੀਗੇ ਕਿ ਮੈਂ ਸਿਕਿਉਰ ਕਰਕੇ ਕੀਤਾ ਹੋਇਆ ਹੈ ਔਰ ਅਗਰ ਬੈਲੈਂਸ ਜਾਂ ਕੀਤਾ ਹੋਇਆ ਐਸਾ, ਸੋ ਤੁਸੀਂ ਉਹਨਾਂ ਨਹੀਂ ਕਮਾਇਆ ਹੋਵੇਗਾ ਜਿੰਨਾ ਕਿ ਜਿਹੜੇ ਲੋਕ ਬਿਲਕੁਲ ਹੀ ਫੁੱਲ ਬਲੋਨ ਗਏ ਸੀਗੇ। ਠੀਕ ਹੈ, ਉਹਨਾਂ ਨੇ ਰਿਸਕ ਲਿੱਤਾ ਸੀਗਾ, ਲੇਕਿਨ ਉਹਨਾਂ ਨੇ ਕਮਾਇਆ ਵੀ 30% ਹੈ, 25, 28% ਇਸ ਤਰ੍ਹਾਂ ਕਮਾਇਆ ਉਹਨਾਂ ਨੇ ਪਿਛਲੇ ਸਾਲ। ਔਰ ਇਸ ਸਾਲ ਵੀ ਉਹ ਲੋਕ ਲਗਭਗ ਹੁਣ ਤੱਕ ਆਂਦੇ ਵੀ 5-6% ਤਾਂ ਹੁਣ ਤੱਕ ਕਮਾ ਚੁੱਕੇ ਨੇ। ਸੋ ਉਹਨਾਂ ਦੀ ਐਵਰੇਜ ਤਾਂ ਹੋਰ ਵੀ ਅੱਛੀ ਨਿਕਲਣ ਵਾਲੀ ਹੈ ਆਉਣ ਵਾਲੇ ਟਾਈਮ 'ਚ। ਔਰ ਅਗਲਾ ਜਿਹੜਾ ਸਾਲ ਅਸੀਂ ਦੇਖ ਰਹੇ ਹਾਂ, ਅਗਰ ਇਨਵੈਸਟਮੈਂਟ ਦੇ ਸਾਈਡ ਤੇ ਦੇਖਿਆ ਜਾਵੇ ਤਾਂ ਕੁਛ ਇੱਕ ਪਰਟੀਕੂਲਰ ਚੀਜ਼ਾਂ ਤਾਂ ਬਹੁਤ ਅੱਛੀਆਂ ਗਰੋ ਕਰਨ ਦੀ ਉਮੀਦ ਹੈਗੀ ਹੈ, ਕਿਉਂਕਿ ਜਿਵੇਂ ਇੰਟਰਸਟ ਰੇਟ ਥੱਲੇ ਆਉਣਾ ਸ਼ੁਰੂ ਹੋਵੇਗਾ ਉਵੇਂ ਸਾਡੀ ਇਕੋਨਮੀ ਨੂੰ ਬੂਸਟ ਮਿਲਣਾ ਸ਼ੁਰੂ ਹੋਵੇਗਾ। ਅਗਰ ਇਕੋਨਮੀ ਨੂੰ ਬੂਸਟ ਮਿਲਣਾ ਸ਼ੁਰੂ ਹੋਵੇਗਾ ਤਾਂ ਕੁਛ ਇੱਕ ਇਹ ਜਿਹੇ ਸੈਕਟਰ ਨੇ ਜਿਹੜੇ ਇੰਟਰਸਟ ਰੇਟ ਪ੍ਰੋਨ ਸੈਕਟਰ ਨੇ, ਉਹਨਾਂ 'ਚ ਗਰੋਥ ਸ਼ੁਰੂ ਹੋਵੇਗੀ। ਸਟਾਕ ਮਾਰਕੀਟ ਮੈਂ ਕਹਿਣਾ ਚਾਹ ਰਿਹਾ, ਕਿਉਂਕਿ ਜਿਹੜੀ ਸਟਾਕ ਮਾਰਕੀਟ ਹੈ ਹਮੇਸ਼ਾ ਇਹ ਸੋਚ ਕੇ ਚੱਲਦੀ ਹੈ ਕਿ ਅੱਜ ਤੋਂ 6 ਮਹੀਨੇ ਬਾਅਦ ਕੀ ਹੋਵੇਗਾ, ਸਾਲ ਬਾਅਦ ਕੀ ਹੋਵੇਗਾ, 2 ਸਾਲ ਬਾਅਦ ਕੀ ਹੋਵੇਗਾ। ਸੋ ਅਸੀਂ ਉਸ ਤਰ੍ਹਾਂ ਇਨਵੈਸਟ ਕਰਦੇ ਹਾਂ। ਮੈਂ ਇੱਕ ਐਗਜ਼ਾਮਪਲ ਦੇ ਦੇਣਾ, ਵਾਰਨ ਬਫੇ ਦਾ ਨਾਮ ਤਾਂ ਸਭ ਨੇ ਸੁਣਿਆ ਜੀ। ਉਹਨਾਂ ਦੀ ਸਟ੍ਰੈਟਜੀ ਇਹ ਹੁੰਦੀ ਹੈ, ਦੇ ਡੋਂਟ ਬਾਏ ਸਟਾਕ। ਬੇਸਿਕਲੀ ਉਹਨਾਂ ਦੀ ਆਪਦੀ ਵਰਡਿੰਗ ਹੈ ਕਿ ਮੈਂ ਸਟਾਕ ਬਾਏ ਨਹੀਂ ਕਰਦਾ, ਮੈਂ ਬਿਜ਼ਨਸ ਬਾਏ ਕਰਦਾ, ਮੈਂ ਕੰਪਨੀ ਬਾਏ ਕਰਦਾ। ਵੀ ਕੰਪਨੀ ਕਿਸ ਤਰ੍ਹਾਂ ਚੱਲੇਗੀ, ਮੈਂ 2 ਸਾਲ 3 ਸਾਲ ਬਾਅਦ ਇਹਦੇ 'ਚ ਕਿੰਨਾ ਕੁ ਮੈਨੂੰ ਪ੍ਰੋਫਿਟ ਹੋਣ ਦੀ ਉਮੀਦ ਹੈਗੀ ਹੈ, ਇਹ ਕਿੰਨੀ ਵੱਡੀ ਬਣ ਜਾਏਗੀ ਕੰਪਨੀ। ਮੈਂ ਇਹ ਖਰੀਦ ਕੇ ਨਹੀਂ, ਇਹ ਸੋਚ ਕੇ ਨਹੀਂ ਖਰੀਦਦਾ ਕਿ ਆਹ ਸਟਾਕ $12 ਦਾ ਹੈ, $15 ਦਾ ਹੋਏਗਾ ਕਿ ਨਹੀਂ ਹੋਏਗਾ, ਜਾਂ $20 ਦਾ ਹੋਏਗਾ ਕਿ ਨਹੀਂ ਹੋਏਗਾ। ਸੋ ਇੱਕ ਆਪਦੀ ਸਟ੍ਰੈਟਜੀ ਹੁੰਦੀ ਹੈ, ਇੱਕ ਥਿੰਕਿੰਗ ਹੁੰਦੀ ਹੈ। ਸੋ ਅਗਰ ਤੁਸੀਂ ਉਸ ਥਿੰਕਿੰਗ ਨਾਲ ਚੱਲੋਗੇ ਤਾਂ ਹਮੇਸ਼ਾ ਗਰੋ ਕਰੋਗੇ। ਠੀਕ ਹੈ, ਅਸੀਂ ਵਾਰਨ ਬਫੇ ਨਹੀਂ ਬਣ ਸਕਦੇ, ਅਸੀਂ ਛੋਟੇ ਲੈਵਲ ਤੇ ਗੱਲ ਕਰ ਰਹੇ ਹਾਂ, ਲੇਕਿਨ ਅਸੀਂ ਕੰਪਨੀ ਨਹੀਂ ਖਰੀਦ ਰਹੇ ਹਾਂ। ਤਾਂ ਕੰਪਨੀ ਖਰੀਦ ਰਹੇ ਹਾਂ, ਲੇਕਿਨ ਕੰਪਨੀ 'ਚ ਛੋਟਾ ਜਿਹਾ ਪਾਰਟ ਖਰੀਦ ਰਹੇ ਹਾਂ ਨਾ, ਕੋਈ ਵੱਡਾ। ਅਸੀਂ ਵਾਰਨ ਬਫੇ ਦੀ ਤਰ੍ਹਾਂ ਬਿਲੀਅਨ ਨਹੀਂ ਲਗਾ ਰਹੇ ਹਾਂ, ਅਸੀਂ 500, 5000, 10000, 50000, $1,00,000 ਲਗਾ ਰਹੇ ਹਾਂ। ਸੋ ਇੱਕ ਬਹੁਤ ਅਲੱਗ ਸਟ੍ਰੈਟਜੀ ਹੁੰਦੀ ਹੈ। ਦੂਜੇ ਪਾਸੇ ਮੈਂ ਜਿਵੇਂ ਪਿਛਲੇ ਰੇਡੀਓ 'ਚ ਗੱਲ ਕਰ ਰਿਹਾ ਸੀ, ਮੈਂ ਕਈ ਵਾਰੀ ਕੁਐਸਚਨ ਆਉਂਦਾ, ਮੈਂ ਫਿਰ ਮੈਨੂੰ ਯਾਦ ਆ ਜਾਂਦਾ, ਸਰ ਮੇਰੇ ਤੋਂ ਕੁਐਸਚਨ ਇਹ ਪੁੱਛਿਆ ਜਾਂਦਾ ਕਿ ਤੁਸੀਂ ਇੰਸ਼ੋਰੈਂਸ ਕਰਦੇ ਹੋ? ਬਿਲਕੁਲ ਕਰਦਾ ਜੀ, ਕਿਉਂਕਿ ਫਾਈਨੈਂਸ਼ੀਅਲ ਪਲੈਨਿੰਗ ਦਾ ਇਹ ਬਹੁਤ ਵੱਡਾ ਪਾਰਟ ਹੈ। ਅਗਰ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਅਨਕੰਟਰੋਲੇਬਲ ਇਵੈਂਟ ਹੁੰਦੇ ਨੇ ਫਾਈਨੈਂਸ਼ੀਅਲ ਪਲੈਨਿੰਗ ਦੇ, ਉਹ ਇੰਸ਼ੋਰੈਂਸ ਨਾਲ ਹੀ ਕਵਰ ਕੀਤੇ ਜਾਂਦੇ ਨੇ। ਔਰ ਕਈ ਵਾਰੀ, ਹਮੇਸ਼ਾ ਨਹੀਂ, ਇਹ ਸਿਰਫ ਬਹੁਤ ਇੰਡੀਵਿਜੂਅਲ ਕੇਸ ਹੁੰਦਾ ਜਿਸ 'ਚ ਅਸੀਂ ਰਿਟਾਇਰਮੈਂਟ ਪਲੈਨਿੰਗ ਵੀ ਇੰਸ਼ੋਰੈਂਸ ਦੇ ਥਰੂ ਕਰਦੇ ਹਾਂ, ਅਦਰਵਾਈਜ਼ ਅਸੀਂ ਰਿਟਾਇਰਮੈਂਟ ਪਲੈਨਿੰਗ ਦੂਜੇ ਤਰੀਕੇ ਨਾਲ ਕਰਦੇ ਹਾਂ। ਸੋ ਇਹ ਹਰੇਕ ਦੀ ਆਪਦੀ ਅਲੱਗ-ਅਲੱਗ ਸਿਚੁਏਸ਼ਨ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472851007। ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ ਜੀ। ਔਰ ਪੀਕੇ ਜੀ, ਆਪਣੇ ਬੱਸ ਟੂਰ ਵੀ ਜਾ ਰਿਹਾ ਹੈ, ਹੋਰ ਵੀ ਜਿਹੜੇ ਕੋਈ ਪ੍ਰੋਜੈਕਟ ਹੋ ਜਾਣਗੇ। ਬੱਸ ਟੂਰ ਦੇ ਇਲਾਵਾ ਮੈਂ ਕਹਿਣਾ ਚਾਹੂੰਗਾ, ਕਈ ਵਾਰ ਤੁਹਾਨੂੰ ਲੱਗਦਾ ਬੜੇ ਵੱਡੇ ਲਿਸਟ ਲੈ ਕੇ ਫਿਸ਼ ਮਾਰਕੀਟ ਕਹਿ ਜਾਂਦੇ ਜੀ, ਇੱਥੇ ਬੈਠੇ ਹਾਂ, ਅਸੀਂ ਇਵੈਂਟ ਕਰ ਰਹੇ ਹਾਂ, ਆ ਜਾਓ ਜੀ, ਸਾਈਨ ਕਰੋ ਜੀ, ਦਿਸ ਇਜ਼ ਦਾ ਪ੍ਰੋਡਕਟ ਆਫ ਦ ਸੈਂਚੁਰੀ ਕਈ ਵਾਰ ਆ ਜਾਂਦਾ ਹੈ, ਕਈ ਵਾਰ ਪ੍ਰੋਡਕਟ ਆਫ ਦ ਈਅਰ ਆ ਜਾਂਦਾ ਹੈ, ਇੰਨਾ ਡਿਸਕਾਊਂਟ ਦੇ ਰਹੇ ਹਾਂ, ਉਹਨਾਂ ਨੂੰ ਛੱਡ ਦੇ ਰਹੇ ਹਾਂ। ਇੱਕ ਲਾਈਨ ਕਵਾਂਗਾ, I will beat any price.
मैं वड्डी गल्लां नहीं करदा, पर आई विल बीट एनी प्राइस। तुसीं जो मर्जी प्राइस लिस्ट देख लो, उत्ते लिखिआ मान लो 2 साल दी मॉर्गेज देंगे, मैं उन्होंने बीट कर देंगा। मान लो उत्ते लिखिआ तुम $1 लाख घट कर रहे हो, मैं उन्होंने बीट कर देंगा। मान लो प्राइस लिस्ट लिखिआ जी $100 पर स्क्वायर फीट घट करता है, मैं 200 कर देंगा, और भी ज्यादा घट कर देंगा। मतलब मैं बीट कर देंगा। मेरे को मैं अपने एक्सक्लूसिव उन्होंने को जबरदस्त इंसेंटिव्स मैं जिन्होंने मैंने वो नेगोशिएट किए ने, बिकॉज मैं टॉप प्रोड्यूसर हैगा, बल्क बाय कर रहे हैं, ह्यूज मैं सेल्स करना। कई बार मैं बिल्डिंग का 20% मैं ही बेच देना, 600 यूनिट है तो 200 मैं ही बेचे हुए ने, तो बड़ा जबरदस्त नेगोशिएशन हो जाता है। मेरे को है ने, मैं पब्लिक नहीं कराना। जब तुम मिलोगे, मेरे को कई आए ने पिछले हफ्ते, वो हैरान हो गए जब मैं क्या तू बोल कितना चाहिए था, कहना मैं कहा इसको भी बता दिया, मैं इसको भी एक्स्ट्रा दे दिया। वो बैठे मैं सीधी गल करना होना प्राइस नाल चेयरमैन नाल, और उन्होंने दिखा देना कि ए मेरे हत्थ चेक पिया होया, मैनू इन्ना होना चाहिए। वो कहने पी वी कैन नॉट से नो टू यू। तो इस करके मैं कह रहा हूं, जब तक मिलोगे नहीं तुम नहीं समझ आएगी, मिलोगे तो पता चल जाएगा मैं की कह रहा। ह्यूज इंसेंटिव्स प्लस ऑन टॉप ऑफ दैट माई सर्विसेज टीम सबरवाल दी जी सर्विस ने लाइफ लॉन्ग वो की ने, वो भी तुम एक्सप्लेन कर देंगे आके कि तुम मैनू मिलो। प्लस बस टूर के बारे 23 मार्च को जो बस टूर जा रहा है 11 बजे मिसाल शुरू होगा, लगभग 6 घंटे का होगा। उसके लिए आप रजिस्टर कर दीजिए, और ये फ्री है, नो ऑब्लिगेशन, नो चार्जेस। आपको अलग अलग प्रोजेक्ट दिखाए जाएंगे, उनके इंसेंटिव्स, डिस्काउंट सब बताए जाएंगे, हमारी सर्विसेज बताई जाएंगी, प्लस माइनस बताया जाएगा। साइट पे ले जाके बस को खड़ा किया जाएगा, और 1-2-3 जगह रोक के नाश्ता पानी भी किया जाएगा। बस के अंदर भी सब कुछ खाना पीना चलता रहेगा। तो आप हमें रजिस्टर कर दीजिए 647-299-4757, 647-299-4757, और यू कैन विजिट teamsabarwal.com। थैंक यू वेरी मच युद्धवीर जी। थैंक यू सर, बहुत बहुत शुक्रिया। और मैं इत्थे जरूर जिक्र कर देवां कि शाम 6:30 बजे पीके जी और पंकज जी हर वेंसडे की तरह शाम 6:30 बजे तुसी देख सकोगे। सारे विचार हफ्ते बहुत सारी एक्टिविटीज होंदियां ने, ट्रिप दी रिपोर्ट, ओरिया दी रिपोर्ट, बहुत सारी होर क्रिया दी रिपोर्ट, कई सारी रिपोर्ट्स ਜਿਹੜੀਆਂ ਨੇ ਆਉਂਦੀਆਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਬਿਜ਼ਨਸ, ਇਕਨੋਮੀ, ਫਾਈਨੈਂਸ, ਰੀਅਲ ਸਟੇਟ, ਮੌਰਗੇਜ ਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਹਰ ਹਫਤੇ ਦੇ ਵਿੱਚ ਇੱਕ ਵਾਰ ਸਾਰੀਆਂ ਰਿਪੋਰਟ ਦੇ ਉੱਤੇ ਜਾਣਕਾਰੀ ਐਨਾਲਿਸਿਸ 6:30 ਵਜੇ ਚੈਨਲ ਵਾਈਜ਼ ਉੱਤੇ ਹਰ ਵੈਨਸਡੇ ਤੁਸੀਂ ਦੇਖ ਸਕਦੇ ਹੋ। ਬਾਕੀ ਪੀਕੇ ਜੀ ਹੁਣ ਤੋਂ ਕੁਝ ਹੀ ਦੇਰ ਬਾਅਦ ਸਰਾ ਜੀ ਦੇ ਨਾਲ ਵੀ ਫਿਰ ਦੁਬਾਰਾ ਡਿਟੇਲ ਦੇ ਵਿੱਚ ਸਟੇਟ ਦੀ ਗੱਲ ਕਰਨਗੇ। ਥੈਂਕ ਯੂ ਸੋ ਮਚ ਪੀਕੇ ਜੀ, ਐਂਡ ਥੈਂਕ ਯੂ ਸੋ ਮਚ ਪੰਕਜ ਜੀ। थैंक यू वेरी मच सर, थैंक यू। Thank you. Take care. Bye.